ਵਾਹਿਗੁਰੂ ਜੀ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਚਲਦੀ ਹੋਈ ਲੜੀਵਾਰ ਕਥਾ ਜਪਜੀ ਸਾਹਿਬ ਦੀਆਂ 23 ਪੌੜੀਆਂ, 23ਵੀਂ ਪੌੜੀ ਤੋਂ ਵਿਚਾਰ ਸ਼ੁਰੂ ਹੈ। 22 ਪਿੱਛੇ ਹੋ ਚੁੱਕੀਆਂ ਹਨ। 22 ਪੌੜੀਆਂ ਤੱਕ ਵਿਚਾਰ ਆਪ ਜੀ ਨੇ ਸਰਵਣ ਕਰ ਲਈ ਹੈ। ਆਓ ਰਲ ਮਿਲ ਕੇ ਜੋ ਸਤਿਗੁਰਾਂ ਨੇ ਸਾਨੂੰ ਤਪਾਂ ਸਿਰ ਤਪਸਾਰ, ਤਪਾਂ ਦਾ ਵੀ ਨਿਚੋੜ ਤਪ ਜਿਵੇਂ ਸੇਵਾ ਹੈ, ਤਪਨ ਤਪ ਗੁਰ ਗਿਆਨ। ਗਿਆਨ ਦੀ ਵਿਚਾਰ ਜਿਹੜੀ ਹੈ ਇਹ ਤਪੱਸਿਆ ਤੋਂ ਵੱਡੀ ਤਪੱਸਿਆ ਹੈ। ਤਪੀਸਰ ਬਣ ਕੇ ਆਓ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ, ਜਿੱਥੇ ਗੂੜ ਗੱਲ ਸਮਝ ਨਾ ਆਵੇ, ਅੱਜ ਨਹੀਂ ਸਮਝ ਆਈ ਕੱਲ ਆ ਜਾਏਗੀ, ਕੱਲ ਨਹੀਂ ਸਮਝ ਆਈ ਪਰਸੋਂ ਆ ਜਾਏਗੀ। ਹੌਲੀ ਹੌਲੀ ਸਹਿਜ ਸਹਿਜ ਸੁਣਦੇ ਜਾਓ। ਹਰ ਕਾ ਬਿਲੋਬ ਨਾਮ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਗਰੀਬ ਨਿਵਾਜ ਸਤਿਗੁਰੂ ਨੂੰ ਸਿੱਧਾਂ ਨੇ ਜਿਸ ਪ੍ਰਕਾਰ ਕਿ ਸਤਿਗੁਰੂ ਜੀ ਉਹ ਜੋ ਪਰਮੇਸ਼ਰ ਐਡਾ ਵੱਡਾ ਹੈ, ਬੜੀਆਂ ਸਿਫਤ ਦੀਆਂ ਗੱਲਾਂ ਆਪ ਜੀ ਨੇ ਦੱਸੀਆਂ ਸਾਨੂੰ। ਫਿਰ ਇਹ ਸਾਰੇ ਜੀਵ ਉਹਦੀ ਸ਼ਲਾਘਾ ਕਿਉਂ ਨਹੀਂ ਕਰਦੇ, ਨਾਮ ਕਿਉਂ ਨਹੀਂ ਜਪਦੇ ਉਹਦਾ? ਇਹੋ ਜਿਹੇ ਪਰਮੇਸ਼ਰ ਨੂੰ ਤਾਂ ਸਾਰਿਆਂ ਨੂੰ ਜਪਣਾ ਚਾਹੀਦਾ। ਮਹਾਰਾਜ ਸਾਹਿਬ ਜੀ ਨੇ ਫਿਰ ਇਸ ਪਾਵਨ ਪੌੜੀ ਦੇ ਅੰਦਰ ਉੱਤਰ ਦਿੱਤਾ। ਕਹਿਣ ਲੱਗੇ, ਸਿੱਧੋ ਸੁਣਨਾ ਕਰੋ। ਸ੍ਰੀ ਵਾਹਿਗੁਰੂ ਜੀ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ। ਸਾਲਾਹੀ ਸ਼ਲਾਘਾ ਕਰਨੇ ਯੋਗ ਜੋ ਪਰਮੇਸ਼ਵਰ ਹੈ, ਉਸ ਨੂੰ ਸਾਲਾਹੀ ਸਲਾਹੁਣ ਦੀ ਜੀਵਾਂ ਦੇ ਵਿੱਚ ਏਤੀ ਇਤਨੀ ਸੁਰਤ ਗਿਆਤ ਸਮਝ ਨਹੀਂ ਪਾਈ ਆ ਭਾਈ। ਇਹ ਜੀਵ ਅਗਿਆਨੀ ਨਾ, ਇਹਨਾਂ ਨੂੰ ਇੰਨਾ ਗਿਆਨ ਨਹੀਂ ਵੀ ਨਾਮ ਜਪਣਾ ਹੈ। ਮਨੁੱਖਾ ਸਰੀਰ ਦੀ ਕਦਰ ਨਹੀਂ ਹੈ। ਕਬੀਰ ਮਾਨਸ ਜਮ ਦੁਲੰਭ ਹੈ, ਹੋਏ ਨਾ ਬਾਰ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ ਬਹੁਰ ਨਾ ਲਾਗੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੀ ਤੇਰ ਬਰੀਆ। ਇਹਨਾਂ ਨੂੰ ਇਹ ਏਤੀ ਸੁਰਤ ਸੋਝੀ ਨਹੀਂ ਹੈ। ਮਾਨਸ ਜਨਮ ਹਰ ਪਾਈਐ, ਹਰ ਰਾਵਣ ਬੇਰਾ ਰਾਮ। ਜਾਂ ਫਿਰ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਉਹਨਾਂ ਨੂੰ ਸੋਝੀ ਨਹੀਂ ਹੈ ਜਿਹੜੇ ਨਾਮ ਨਹੀਂ ਜਪਦੇ। ਤੋ ਅੱਗੇ ਦੱਸਦੇ ਹਨ ਸੋਝੀ ਕਿਉਂ ਨਹੀਂ, ਇਹਦਾ ਕੀ ਕਾਰਨ ਹੈ, ਇਹਨਾਂ ਦੀ ਸੁਰਤ ਕਿਉਂ ਮਾਰੀ ਗਈ, ਨਾਮ ਕਿਉਂ ਨਹੀਂ ਜਪਦੇ, ਉਹਦਾ ਹੁਣ ਕਾਰਨ ਦੱਸਦੇ ਹਨ। ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ। ਜਿਸ ਤਰ੍ਹਾਂ ਨਦੀਆਂ ਵੱਡੀਆਂ ਅਤੇ ਵਾਹ ਕਹੀਏ ਵਾਹੜੇ ਛੋਟੇ ਨਾਲੇ ਜਿਹੜੇ ਨੇ, ਸਮੁੰਦ ਨਾਮ ਸਮੁੰਦਰ ਦਾ ਹੈ, ਉਹਦੇ 'ਚ ਪਵੇ ਪੈ ਕੇ ਬਾਹਰ ਨਿਕਲਣਾ ਨਹੀਂ ਜਾਣਦੇ। ਨਹੀਂ ਜਾਣੀ ਹੈ, ਜਾਣਦੇ ਨਹੀਂ ਹੈ ਵੀ ਬਾਹਰ ਨਿਕਲਣਾ ਕਿਵੇਂ ਹੈ। ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਹੈ ਸਿੱਧੋ, ਨਦੀਆਂ ਦੀ ਨਿਆਈ ਤਾਂ ਧਨਾੜ ਲੋਕ ਨੇ ਜਿਨ੍ਹਾਂ ਦੇ ਕੋਲ 4 ਪੈਸੇ ਜੁੜੇ ਹੋਏ, ਉਹ ਨਦੀਆਂ ਦੀ ਨਿਆਈ ਨੇ। ਛੋਟੇ ਨਾਲਿਆਂ ਦੀ ਨਿਆਈ ਨੇ ਜਿਹੜੇ, ਬਾਹੜਿਆਂ ਦੀ ਨਿਆਈ ਗਰੀਬ ਲੋਕ ਨਿੱਤ ਦੀ ਨਿੱਤ ਕਰਕੇ ਦਿਹਾੜੀ ਖਾਣ ਵਾਲੇ, ਉਹ ਬਾਹੜਿਆਂ ਦੀ ਨਿਆਈ। ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਪਵਹਿ ਪੈ ਰਹੇ ਨੇ। ਇਹਦੇ ਵਿੱਚ ਜਿੱਥੇ ਪਦਾਰਥਾਂ ਦਾ ਪਾਣੀ ਹੈ, ਨਾਲਾ ਪਾਣੀ ਵਿੱਚ ਪੈ ਗਿਆ, ਬਾਹਰ ਨਿਕਲਣਾ ਨਹੀਂ ਜਾਣਦਾ। ਨਦੀ ਪਾਣੀ ਵਿੱਚ ਪੈ ਗਈ, ਬਾਹਰ ਨਿਕਲਣੀ ਨਹੀਂ ਜਾਣਦੀ। ਧਨਾਡਾਂ ਕੋਲ ਜ਼ਿਆਦਾ ਪਦਾਰਥਾਂ ਰੂਪ ਪਾਣੀ ਹੈ, ਉਹਦੇ ਵਿੱਚ ਸਮੁੰਦਰ, ਸੰਸਾਰ ਸਮੁੰਦਰ ਹੈ। ਕੋਈ ਨਦੀ 'ਚ ਡੁੱਬ ਕੇ ਮਰ ਜਾਂਦਾ, ਕੋਈ ਨਾਲੇ 'ਚ ਡੁੱਬ ਕੇ ਮਰ ਜਾਂਦਾ। ਗਰੀਬ ਲੋਕ ਨੂੰ ਥੋੜ੍ਹੇ ਪਦਾਰਥ ਨੂੰ, ਉਹ ਉਹਦੇ ਵਿੱਚ ਡੁੱਬੇ ਹੋਏ ਨੇ। ਸੰਸਾਰ ਸਮੁੰਦਰ ਦੇ 'ਚੋਂ ਨਿਕਲਣਾ ਨਹੀਂ ਜਾਣਦੇ।
ਉਹਦੇ 'ਚ ਪੈ ਰਹੇ ਨੇ, ਜਿਹਦੇ 'ਚ ਵਿਸ਼ਿਆਂ ਦਾ ਰਸ, ਉਹਦੇ ਵਿੱਚ ਗਲਤਾਨ ਹੋ ਰਹੇ ਨੇ। ਸੰਸਾਰ ਸਮੁੰਦਰ ਹੈ, ਨਿਕਲਣਾ ਨਹੀਂ ਜਾਣੀ ਹੈ ਕਿ ਜਾਣਦੇ, ਵੱਖਰਾ ਹੋਣਾ ਜਾਣਦੇ ਨਹੀਂ, ਪਦਾਰਥਾਂ ਦੇ ਵਿੱਚ ਇੰਨਾ ਚਿੱਤ ਰੁੱਝਿਆ ਹੋਇਆ ਹੈ। ਆਪਣੇ ਮਨ ਨੂੰ ਨਿਰੇਪ ਰੱਖਣ ਤੇ ਪ੍ਰਮਾਤਮਾ ਦਾ ਚਿੰਤਨ ਕਰਨਾ ਹੀ ਨਹੀਂ ਜਾਣਦੇ ਹਨ। ਸਮੁੰਦ ਸਾਹਾ ਸੁਲਤਾਨ, ਗ੍ਰਹ ਸੇਤੀ ਹਿਮਾਲ ਧਨ। ਜਿਹੜੇ ਸੰਸਾਰ ਰੂਪ ਸਮੁੰਦਰ ਵਿੱਚ ਸ਼ਾਹੂਕਾਰ, ਸੁਲਤਾਨ, ਚੱਕਰਵਰਤੀ, ਬਾਦਸ਼ਾਹ, ਜਿਨ੍ਹਾਂ ਦੇ ਗ੍ਰਹਿ ਹੀ ਬਚਨਾਂ ਦੇ ਨਾਲ, ਗਿਰਨਾ ਬਾਣੀ ਦਾ ਹੁੰਦਾ ਹੈ, ਗ੍ਰਹਿ ਬਾਣੀ ਕਹਿਣ ਦੇ ਨਾਲ ਹੀ, ਬਚਨ ਕਹਿਣ ਦੇ ਨਾਲ ਹੀ ਜੋ ਚਾਹੁੰਦੇ ਨੇ ਉਹੀ ਮਾਲ ਧਨ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦੇ ਗ੍ਰਹਿ ਕੀ ਗੰਢ ਵਿੱਚ, ਜਾਂ ਉਹਨਾਂ ਦੇ ਗ੍ਰਹਿ ਕੀ ਘਰ ਦੇ ਵਿੱਚ ਮਾਲ, ਹਾਥੀ, ਘੋੜੇ, ਰਥ, ਬੱਘੀਆਂ ਆਦਿਕ, ਧਨ, ਨਕਦੀ, ਸੋਨਾ, ਚਾਂਦੀ, ਸੇਤੀ, ਚਿੱਟੀਆਂ ਜਿਨ੍ਹਾਂ ਦੀਆਂ ਪੁਸ਼ਾਕਾਂ, ਸੇਤੀ ਚਿੱਟੇ ਸੰਖਮਰਮਰ ਦੇ ਜਿਨ੍ਹਾਂ ਦੇ ਚੂਨੇ ਗੱਚ ਬੜੇ ਬੜੇ ਮਹਲ ਨੇ, ਤੇ ਵਿੱਚ ਕਲੀ ਕੀਤੀ ਹੋਈ ਹੈ, ਚਿੱਟਾ ਰੰਗ ਕੀਤਾ ਹੈ। ਉਹਨਾਂ ਦੇ ਗ੍ਰਹਿ ਕਈਏ ਘਰ ਹਨ ਜਿਹੜੇ ਐਡੇ ਐਡੇ। ਕੀੜੇ ਤੁਲਨਾ ਹੋਵਨੇ, ਜੇ ਤਿਸ ਮਨਹੁ ਨਾ ਈਸਰਹਿ। ਇਹ ਜਿਹੜੇ ਐਡੇ ਐਡੇ ਹਨ, ਚੱਕਰਵਰਤੀ, ਬਾਦਸ਼ਾਹ, ਸ਼ਾਹੂਕਾਰ, ਜਿਨ੍ਹਾਂ ਦੇ ਕੋਲ ਇੰਨਾ ਇੰਨਾ ਧਨ ਹੈ, ਗ੍ਰਹਿ ਸੇਤੀ ਮਾਲ ਧਨ ਜੋ ਕਿਹਾ, ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਸਭ ਤੋਂ ਛੋਟਾ ਜੀਵ ਕੀੜੀ ਹੈ। ਕੀੜੀ ਦੇ ਤੁਲਨ ਜਿਹੜੇ ਗਰੀਬ ਘਰਾਂ ਵਿੱਚ ਜਨਮ ਲੈ ਕੇ, ਅਥਵਾ ਪਹਿਲੇ ਅਰਥ ਦੇ ਵਿੱਚ, ਅੱਗੇ ਅਰਥ ਹੋਣੇ ਨੇ ਉਹਦੇ ਵਿੱਚ ਵੀ ਚਾਰ ਸਾਰੀਆਂ ਆ ਜਾਣੀਆਂ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਜਿਹੜੇ ਇਹਨਾਂ ਨੇ ਕੋਈ ਯਤਨ ਕੀਤਾ, ਸਭ ਤੋਂ ਨਿੱਕਾ ਕੀੜਾ ਕੀੜੀ ਹੈ, ਜੀਵ ਜਿਹੜਾ, ਉਹਦੇ ਤੁਲ ਬਰਾਬਰ ਨਹੀਂ ਹੋ ਸਕਦੇ। ਭਾਵੇਂ ਬਾਦਸ਼ਾਹ ਨੇ, ਭਾਵੇਂ ਸ਼ਾਹੂਕਾਰ ਨੇ, ਜਦੋਂ ਨਾਮ ਨਹੀਂ ਜਪਦੇ, ਵਾਹਿਗੁਰੂ ਦੀ ਪ੍ਰਾਪਤੀ ਲਈ ਯਤਨ ਨਹੀਂ ਕਰਦੇ, ਕਹਿੰਦੇ ਉਹ ਕੀੜੀ ਦੇ ਤੁਲ ਬਣੀ, ਉਦੋਂ ਵੀ ਨੀਵੇਂ ਨੇ। ਜਿਨ੍ਹਾਂ ਨੇ ਤਿਸਕਈਏ ਤ੍ਰਿਸ਼ਨਾ, ਮਨੋਂ ਮਨ ਦੇ ਵਿੱਚੋਂ ਸੰਸਾਰ ਦੇ ਵਿਸ਼ੇ ਵਿਕਾਰ ਨਾ ਵਿਸਰੈ, ਨਹੀਂ ਭੁੱਲਦੇ, ਉਹ ਪੁਰਸ਼ ਨੀਵਿਆਂ ਤੋਂ ਨੀਵੇਂ। ਇਸ ਕਰਕੇ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ, ਹੇ ਪਪੀਲ ਕਾ ਗ੍ਰਸ਼ਟੇ, ਗੋਬਿੰਦ ਸਿਮਰਨ ਤੋਯੰ ਧਨੇ। ਕਹਿੰਦੇ ਹੇ ਕੀੜੀ, ਤੂੰ ਧਨ ਹੈ ਤੇ ਵੱਡੀ ਹੈ ਜੇ ਤੇਰੇ ਪਾਸ ਪਰਮਾਤਮਾ ਦਾ ਨਾਮ ਰੂਪੀ ਧਨ ਹੈ। ਕੀੜੀ ਇੱਥੇ ਉਹਨਾਂ ਨੂੰ ਕਿਹਾ ਜਿਹੜੇ ਗਰੀਬੀ ਦੇ ਵਿੱਚ ਕਬੀਰ ਵਰਗੇ, ਨਾਮਦੇਵ ਵਰਗੇ, ਰਵਿਦਾਸ ਵਰਗੇ, ਉਹ ਅਮੀਰ ਲੋਕ ਤਾਂ ਉਹਨਾਂ ਨੂੰ ਕੀੜੇ ਮਕੌੜੇ ਸਮਝਦੇ ਸੀ, ਨੀਵੇਂ ਸਮਝਦੇ ਸੀ। ਉਹ ਕੀੜੀਵਤ ਗਰੀਬ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਕਦੇ ਭੁੱਲਦਾ ਨਹੀਂ ਹੈ, ਉਹਨਾਂ ਦੇ ਬਰਾਬਰ ਫਿਰ ਉਹ ਗ੍ਰਹਿ ਸੇਤੀ ਮਾਲ ਧਨ ਵਾਲੇ ਹੰਕਾਰੀ ਲੋਕ ਨਹੀਂ ਹੋ ਸਕਦੇ ਜੋ ਨਾਮ ਨਹੀਂ ਜਪਦੇ। ਜਿਨ੍ਹਾਂ ਨੂੰ ਪਦਾਰਥਾਂ ਦੇ ਵਿਸ਼ੇ ਨਹੀਂ ਭੁੱਲਦੇ, ਉਹ ਹਮੇਸ਼ਾ ਮਾਇਕੀ ਪਦਾਰਥਾਂ ਵਿੱਚ ਖਚਿਤ ਹੋ ਕੇ ਨਾਸ ਹੁੰਦੇ ਰਹਿੰਦੇ ਨੇ। ਇਹ ਕਾਰਨ ਹੈ ਸਿੱਧੋ, ਉਹ ਪਦਾਰਥਾਂ 'ਚ ਫਸੇ ਹੋਏ। ਭਾਵੇਂ ਵੱਡੇ ਵੱਡੇ ਸ਼ਾਹੂਕਾਰ, ਨਦੀਆਂ ਦੇ ਨਿਆਈ ਔਰ ਸਮੁੰਦਰ ਦੀ ਨਿਆਈ, ਬੜੇ ਬੜੇ ਪਾਤਸ਼ਾਹ, ਨਾਲਿਆਂ ਦੀ ਨਿਆਈ, ਛੋਟੇ ਜੀਵ, ਸਾਰੇ ਫਸੇ ਹੋਏ ਨੇ ਪਦਾਰਥਾਂ ਵਿੱਚ। ਸੋਝੀ ਨਹੀਂ ਆ ਰਹੀ, ਵਿਸ਼ੇ ਵਿਕਾਰਾਂ 'ਚ ਫਸੇ, ਤਾਂ ਨਹੀਂ ਭਾਈ ਨਾਮ ਜਪਦੇ। ਤੇ ਸਿੱਖਾਂ ਨੇ ਪ੍ਰਸ਼ਨ ਕੀਤਾ ਜੋ ਕਰਤਾਰਪੁਰ ਸਾਹਿਬ, ਕਿ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ, ਜਿਹੜੇ ਸੰਤ ਭਗਤ ਰਿਸ਼ੀ ਮੁਨੀ ਹੋਏ ਹੈ ਜਾਂ ਹੁਣ ਹੈ, ਉਹ ਪਰਮੇਸ਼ਰ ਨੂੰ ਸਿਮਰ ਕੇ ਜਪਦੇ ਰਹਿੰਦੇ ਨੇ, ਕਿ ਪਰਮੇਸ਼ਰ ਦਾ ਉਹ ਭੇਦ ਪਾ ਲੈਂਦੇ ਆ, ਅੰਤ ਪਾ ਲੈਂਦੇ ਆ, ਉਹ ਨਿਕਟਵਰਤੀ ਹੋ ਗਏ। ਬਾਦਸ਼ਾਹਾਂ ਦੇ ਭੇਤੀ ਜਿਹੜੇ ਹੁੰਦੇ ਨੇ, ਉਹ ਬਾਦਸ਼ਾਹ ਦੇ ਸਾਰੀਆਂ ਗੱਲਾਂ ਦੇ ਜਾਣੂ ਹੋ ਜਾਂਦੇ ਨੇ, ਭੇਦ ਪਾ ਲੈਂਦੇ ਆ, ਨੇੜੇ ਰਹਿੰਦੇ ਆ। ਜਿਹੜੇ ਰੱਬ ਦੇ ਨੇੜੇ ਰਹਿੰਦੇ ਨੇ ਮਹਾਰਾਜ, ਫਿਰ ਉਹਨਾਂ ਨੂੰ ਤਾਂ ਰੱਬ ਦਾ ਭੇਦ ਹੋਇਆ ਹੋ ਗਿਆ ਹੋਊਗਾ। ਤੇ ਇਹ ਇੱਕ ਤਾਂ ਇਹ ਦੱਸੋ ਮਹਾਰਾਜ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਉੱਤਰ ਦੇ ਵਿੱਚ ਇਹੀ ਪਾਵਨ ਬਚਨ ਕਰਤਾਰਪੁਰ ਸਾਹਿਬ ਸਿੱਖਾਂ ਨੂੰ ਕਹਿੰਦੇ ਨੇ, ਸੁਣੋ ਜੀ। ਸਲਾਹੀ ਸਲਾਹੇ ਇਤੀ ਸੁਰਤ ਨ ਪਾਈਆ,
ਸਾਲਾਹੀ ਸਲਾਹੁਣ ਯੋਗ ਜੋ ਮਹਾਤਮਾ ਨੇ, ਕਿਉਂਕਿ ਜਿਹੜੇ ਨਾਮ ਜਪਦੇ ਉਹ ਸਲਾਹੁਣ ਯੋਗ ਹੋ ਜਾਂਦੇ। ਸਲਾਹੁਣ ਯੋਗ ਜੋ ਮਹਾਤਮਾ ਨੇ ਉਹ ਸਾਰੇ ਹੀ ਰਿਸ਼ੀ ਮੁਨੀ ਜੋ ਤੁਸੀਂ ਕਹੇ ਹੈ, ਪਰਮਾਤਮਾ ਦੀ ਸਾਲਾਹੇ ਸਿਫਤ ਤਾਂ ਸਲਾਘਾ ਤਾਂ ਕਰਦੇ ਹੈ, ਉਹਦੇ ਵਿੱਚ ਤਾਂ ਨਹੀਂ ਕੁਛ, ਪਰ ਉਹਨਾਂ ਨੂੰ ਇਤਨੀ ਸੁਰਤ ਗਿਆਤ ਸਮਝ ਪਰਮੇਸ਼ਰ ਦਾ ਅੰਤ ਪਾਉਣ ਦੀ ਪ੍ਰਾਪਤ ਨਹੀਂ ਹੋਈ ਹੈ। ਅੰਤ ਨਹੀਂ ਪਾ ਸਕਦੇ। ਉਸ ਅਵਸਥਾ ਵਿੱਚ ਅੰਤ ਪਾਉਣ ਵਾਲੀ ਸੁਰਤ ਗਿਆਤ ਦੀ ਇਤੀ ਨਾਮ ਸਮਾਪਤੀ ਦਾ ਹੁੰਦਾ, ਸੰਸਕ੍ਰਿਤ ਦਾ ਪਦ ਹੈ ਇਤੀ। ਉਹ ਸੁਰਤ ਜਿਹੜੀ ਗਿਆਤ ਹੈ ਉਹਦੀ ਤਾਂ ਸਮਾਪਤੀ ਹੋ ਗਈ ਉਹਨੂੰ ਮਿਲ ਕੇ। ਜੇ ਬ੍ਰਹਮ ਤੋਂ ਵੱਖਰੇ ਹੋਣ ਤਾਂ ਅੰਤ ਪਾਉਣ, ਤਾਂ ਯਤਨ ਕਰਨ। ਉਹ ਬ੍ਰਹਮ ਦੇ ਵਿੱਚ ਅਭੇਦ ਹੋ ਕੇ ਫਿਰ ਅੰਤ ਕਿਹਨੇ ਪਾਉਣਾ? ਇਹ ਜਿਸ ਤਰ੍ਹਾਂ ਗ੍ਰੰਥਾਂ 'ਚ ਪ੍ਰਮਾਣ ਹੁੰਦਾ ਹੈ, ਕਲਪਨਾ ਕੀਤੀ ਹੋਈ ਹੈ ਪ੍ਰਮਾਣ ਦੀ, ਕਿ ਲੂਣ ਦੀਆਂ ਡਲੀਆਂ, ਲੂਣ ਸਮੁੰਦਰ 'ਚੋਂ ਪੈਦਾ ਹੁੰਦਾ ਹੈ, ਲੂਣ ਦੀਆਂ ਡਲੀਆਂ ਕਹਿੰਦੇ ਆਪਸ ਵਿੱਚ ਹੀ ਇਹ ਕਲਪਨਾ ਕੀਤੀ ਹੈ ਵੀ ਵਿਚਾਰ ਕਰਨ ਲੱਗੀਆਂ, ਕਿਉਂਕਿ ਸਮਝਾਉਣੀ ਆ ਨਾ ਗਾਹਾਂ ਵਾਲੀ ਗਿਆਨ ਦੀ ਗੱਲ। ਉਹ ਲੂਣ ਤਾਂ ਜੜ ਹੈ, ਹੋਰ ਕਿਤੇ ਲੂਣ ਗੱਲਾਂ ਥੋੜ੍ਹੀ ਕਰਦਾ ਹੁੰਦਾ। ਕਹਿੰਦੇ ਲੂਣ ਦੀਆਂ ਡਲੀਆਂ ਜਿਹੜੀਆਂ ਆਪਸ ਵਿੱਚ ਵਿਚਾਰ ਕਰਨ ਲੱਗੀਆਂ ਵੀ ਆਪਾਂ ਸਮੁੰਦਰ ਦਾ ਪਾਣੀ ਜਿਹੜਾ ਹੈ ਇਹਨੂੰ ਮਾਪ ਕੇ ਆਈਏ ਵੀ ਕਿੰਨਾ ਕੁ, ਕਿਵੇਂ ਪਤਾ ਲੱਗੇ? ਉਹ ਕਹਿੰਦੇ ਵੀ ਪਤਾ ਤਾਂ ਹੀ ਲੱਗ ਸਕਦਾ ਜੇ ਕੋਈ ਸਮੁੰਦਰ ਦੇ ਵਿੱਚ ਜਾ ਕੇ ਮਿਣ ਕੇ ਆਵੇ ਇਹਨੂੰ। ਇੱਕ ਬੜੀ ਸਾਰੀ ਡਲੀ ਜਿਹੜੀਆਂ ਛੋਟੀਆਂ ਡਲੀਆਂ 'ਚ ਹੰਕਾਰ ਸੀ ਬਹੁਤ ਜ਼ਿਆਦਾ, ਉਹ ਕਹਿੰਦੀ ਮੈਂ ਮੁੜ ਕੇ ਆਉਣੀ ਹੈ, ਦੇਖ ਕੇ ਆਉਣੀ ਹੈ ਸਮੁੰਦਰ ਕਿੰਨਾ ਕੁ ਡੂੰਘਾ ਹੈ। ਉਹ ਲੂਣ ਦੀ ਡਲੀ ਜਿਹੜੀ ਸਮੁੰਦਰ ਦੇ ਵਿੱਚ ਪ੍ਰਵੇਸ਼ ਹੋ ਗਈ, ਉਹ ਡੀਕਦੀਆਂ ਰਹਿੰਦੀਆਂ, ਮੁੜ ਕੇ ਆਈ ਨਾ। ਲੂਣ ਪਾਣੀ 'ਚ ਖੜ ਜਾਂਦਾ, ਆਉਣਾ ਕਿਹਨੇ ਸੀ? ਤੋ ਇਸ ਕਰਕੇ ਫਰਮਾਨ ਕੀਤਾ ਹੈ, ਕਹਿੰਦੇ ਚਲੀ ਪੂਤਰੀ ਲਵਣ ਕੀ ਤਾਹਾ ਸਿੰਧ ਕੀ ਲੈਨ, ਅਨਾਥ ਆਪ ਆਪੇ ਪਈ ਪਲਟ ਕਾਹੇ ਕੋ ਬੈਨ। ਉਹ ਡੀਕਦੀਆਂ ਰਹਿੰਦੀਆਂ, ਮੁੜ ਕੇ ਕੌਣ ਦੱਸੇ? ਉਹ ਜਾਂਦੀ ਜਾਂਦੀ ਵਿੱਚੇ ਖਰ ਕੇ ਪਾਣੀ ਦਾ ਰੂਪ ਹੋ ਗਈ, ਸਮੁੰਦਰ ਰੂਪ ਹੋ ਗਈ, ਦੱਸੂਗੀ ਕਿਹਨੂੰ? ਇਸ ਕਰਕੇ ਜਿਹੜੇ ਮਹਾਤਮਾ ਜਨ ਸਿਮਰਨ ਕਰਦੇ ਨੇ, ਵਾਹਿਗੁਰੂ ਸਮੁੰਦਰ ਦੀ ਨਿਆਈਆਂ, ਉਹਨਾਂ ਦੀ ਸੁਰਤ ਜਦੋਂ ਉਹਦੇ ਵਿੱਚ ਚਲੀ ਜਾਂਦੀ ਹੈ, ਉਹ ਲੂਣ ਦੀ ਡਰੀ ਦੀ ਤਰ੍ਹਾਂ ਖੁਰ ਕੇ ਉਹਦਾ ਰੂਪ ਹੀ ਹੋ ਜਾਂਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਦ ਤੂੰ। ਜੇ ਫਕਰਾ ਹੋ ਗਏ ਤਾਂ ਹੀ ਦੱਸਿਆ ਕਿ ਨਹੀਂ ਦੱਸ ਸਕਦਾ। ਤੋ ਇਸ ਕਰਕੇ ਉਹਦਾ ਰੂਪ ਹੀ ਹੋ ਜਾਂਦੇ। ਆ ਇੱਥੇ ਨੇੜੇ ਤਰਖੇੜੀ ਪਿੰਡ ਹੈ, ਤਰਖੇੜੀ ਪਿੰਡ ਦੇ ਬਾਹਰ ਇੱਕ ਬੜਾ ਵਿਦਵਾਨ ਮਹਾਤਮਾ ਰਹਿੰਦਾ ਸੀ, ਬੜੀ ਕਲਾ ਸੀ। ਤੇ ਉਸ ਮਹਾਤਮਾ ਦੇ ਕੋਲ, ਕਿਉਂਕਿ ਪਿਛਲੀ ਉਮਰ ਦੇ ਵਿੱਚ ਉਹਦੀ ਖੇਡ ਐਸੀ ਸੀ, ਤੇ ਉਹ ਅੱਖਾਂ ਦੇ ਵਿੱਚ ਆਪ ਇੱਕ ਦਵਾਈ ਬਣਾਈ ਸੀ, ਅੱਖਾਂ ਤੋਂ ਅੰਨਾ ਹੋ ਜਾਂਦਾ ਸੀ। ਪਤਾ ਨਹੀਂ ਇਹ ਕੀ ਉਹਨਾਂ ਦੀ ਖੇਡ ਸੀ, ਜਾਂ ਪਿਛਲੀ ਉਮਰ 'ਚ ਆ ਕੇ ਅੱਖਾਂ ਤੋਂ ਮਨਾਖਾ ਹੋ ਗਿਆ। ਦਵਾਈ ਪਾਈ ਕਿਤੇ, ਮੁੜ ਕੇ ਫਿਰ ਉਹ ਠੀਕ ਨਾ ਹੋ ਸਕਿਆ, ਗਲਤ ਹੋ ਗਿਆ ਕੰਮ। ਉਹਨਾਂ ਦਿਨਾਂ ਦੇ ਵਿੱਚ ਗਿਆਨੀ ਪ੍ਰੇਮ ਸਿੰਘ ਜੀ ਸੁੱਧੇਵਾਲ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੱਡੇ ਵਿਦਿਆਰਥੀਆਂ ਵਿੱਚੋਂ ਸਨ। ਉਹਨਾਂ ਨੇ ਆਪ ਬਚਨ ਸੁਣਾਇਆ। ਉਹ ਪੈਰਾਂ ਦਾ ਖੜਕਾ ਹੋਇਆ, ਗਿਆਨੀ ਜੀ ਕਿਤੇ ਚਲੇ ਗਏ ਉੱਥੇ। ਉਹ ਮਹਾਤਮਾ ਦਾ ਆਪ ਹੀ ਉਪਦੇਸ਼ ਸੀ ਕਿ ਮੈਂ ਬ੍ਰਹਮ ਹਾਂ, ਤੂੰ ਵੀ ਬ੍ਰਹਮ ਹੈ। ਉਹ ਵਿਦਾਂਤ ਬਹੁਤਾ ਪੜ੍ਹੇ ਹੋਏ ਸੀ, ਆਪਣੇ ਆਪ ਨੂੰ ਬ੍ਰਹਮ ਨਿਸ਼ਚਾ ਕਰ। ਪੈਰਾਂ 'ਤੇ ਖੜਕਾ ਹੋਇਆ, ਤੇ ਖੜਕਾ ਸੁਣ ਕੇ ਗਰਦਾਰੀ ਲਾਲ ਜੀ ਬੋਲੇ, ਕਹਿੰਦੇ ਕੌਣ ਹੈ? ਕਹਿੰਦੇ ਜੀ ਬ੍ਰਹਮ ਹੈ। ਉਹ ਸਿੱਖਿਆ ਦੇਣੀ ਸੀ ਉਹਨੂੰ ਵੀ, ਤੂੰ ਹਰ ਵਕਤ ਬ੍ਰਹਮ ਬ੍ਰਹਮ ਕਹੀਆਂ। ਕਹਿੰਦੇ ਬ੍ਰਹਮ ਹੈ। ਉਹ ਕਹਿੰਦੇ ਤੂੰ ਬ੍ਰਹਮ ਹੈ, ਤੂੰ ਬੋਲ ਦੱਸਤਾ ਸਹੀ ਕਿਹੜੇ ਸੀ? ਕਹਿੰਦਾ ਜੀ ਦੱਸਤਾ ਵੀ ਬ੍ਰਹਮ ਹੈ ਮੈਂ, ਤੁਸੀਂ ਵੀ ਬ੍ਰਹਮ, ਮੈਂ ਵੀ ਬ੍ਰਹਮ। ਤੇ ਇਹਨੇ ਨੂੰ ਇੱਕ ਹੋਰ ਪ੍ਰੇਮੀ ਆ ਗਿਆ, ਉਹ ਕਹਿੰਦੇ ਜੀ ਗਿਆਨੀ ਹੈ ਪ੍ਰੇਮ ਸਿੰਘ ਸੁਧਿਆਲ ਵਾਲਾ। ਕਹਿੰਦੇ ਉਹ ਗਿਆਨੀ ਤੂੰ ਚਲਾਕੀਆਂ ਕਰਦਾ? ਕਹਿੰਦਾ ਨਹੀਂ ਜੀ ਕੋਈ ਚਲਾਕੀ ਨਹੀਂ। ਸੰਤਾਂ ਦੀ ਗੜਬੀ ਵੇਚ ਛੋੜੀ, ਚੱਕ ਕੇ ਖੂਹ 'ਚ ਮਾਰੀ ਵਗਾ ਕੇ। ਉਹ ਖੜਕਾ ਹੋਇਆ, ਕਹਿੰਦੇ ਕੀ ਹੋਇਆ? ਕਹਿੰਦੇ ਗਿਆਨੀ ਨੇ ਜੀ ਗੜਬੀ ਸਿੱਟਤੀ ਖੂਹ 'ਚ। ਕਹਿੰਦੇ ਗਿਆਨੀ ਤੂੰ ਸ਼ਰਾਰਤਾਂ ਕਰਨਾ ਆ? ਕਹਿੰਦਾ ਨਾ ਜੀ, ਸ਼ਰਾਰਤਾਂ ਦਾ ਤਾਂ ਕੋਈ ਮਤਲਬ ਹੀ, ਮਹਾਤਮਾ ਕੋਲ ਆ ਕੇ ਸ਼ਰਾਰਤਾਂ ਥੋੜ੍ਹੀ ਕਰੀਦੀਆਂ।
ਇਹ ਗੜਬੀ ਸਿੜਤੀ, ਕਹਿੰਦਾ ਜੀ ਕੋਈ ਫਿਕਰ ਨਾ ਕਰੋ, ਕੱਢੂਗਾ ਵੀ ਮੈਂ। ਉਹਨੂੰ ਕਹਿੰਦੇ ਵੀ ਤੁਹਾਡੇ ਇੱਥੇ ਤ੍ਰਿਖੇੜੀ 'ਚ ਕੋਈ ਗੋਤਾਖੋਰ ਹੈਗਾ? ਕਹਿੰਦੇ ਹੈਗਾ, ਲਿਆਓ ਬੁਲਾ ਕੇ। ਬੁਲਾ ਲਿਆਂਦਾ। ਕਹਿੰਦਾ ਭਾਈ ਤੂੰ ਖੂਹ ਦੇ ਵਿੱਚੋਂ ਭਾਂਡੇ ਭੁੰਡੇ ਕੱਢਦਾ ਰਹਿਣਾ, ਕਿੰਨੇ ਪੈਸੇ ਲਏਗਾ? ਕਹਿੰਦਾ ਜੀ ਕੋਈ 8 ਆਨੇ ਦੇ ਦਿੰਦਾ, ਕੋਈ ਰੁਪਈਆ ਦੇ ਦਿੰਦਾ। ਉਹ ਕਿਹੜਾ ਬਹੁਤੀ ਦੇਰ ਲੱਗਦੀ ਹੈ? ਕਹਿੰਦੇ ਮੈਂ ਤੈਨੂੰ ਰੁਪਈਏ 5 ਦਊਂਗਾ, ਸੰਤਾਂ ਦੀ ਗੜਬੀ ਮੇਰੇ ਤੋਂ ਖੂਹੀ 'ਚ ਸਿੱਟੀ ਗਈ। ਉਹ ਕਹਿੰਦਾ ਲਓ ਜੀ, ਮੈਂ ਤਾਂ ਹੁਣੇ ਕੱਢ ਲਿਆਉਣਾ। 5 ਰੁਪਈਏ ਸੁਣ ਕੇ ਉਹਦੇ ਵੀ ਚਿਹਰੇ 'ਤੇ ਲਾਲੀ ਆ ਗਈ। 5 ਰੁਪਈਏ ਬੜੇ ਹੁੰਦੇ ਸੀ ਉਸ ਵੇਲੇ। ਕਹਿੰਦੇ ਪਰ ਮੇਰੀ ਇੱਕ ਸ਼ਰਤ ਹੈ, 5 ਰੁਪਈਏ ਤਾਂ ਦਊਂਗਾ। ਕਹਿੰਦੇ ਜੀ ਦੱਸੋ? ਕਹਿੰਦੇ ਜਦੋਂ ਗੋਤਾ ਮਾਰ ਕੇ ਗੜਬੀ ਨੂੰ ਹੱਥ ਪੈ ਜਾਏ, ਗੜਬੀ ਕੱਢਣ ਤੋਂ ਪਹਿਲਾਂ ਮੈਨੂੰ ਦੱਸਣਾ ਹੋਊਗਾ ਵੀ ਗੜਬੀ ਮਿਲ ਗਈ। ਜੇ ਬਾਹਰ ਆ ਕੇ ਦੱਸੇਗਾ ਮੈਂ ਨਹੀਂ ਪੈਸੇ ਦੇਣੇ, ਵਿੱਚੇ ਪਾਣੀ ਦੇ ਬੋਲ ਕੇ ਦੱਸੀ। ਕਹਿੰਦਾ ਜੀ ਕੋਈ ਹੋਰ ਗੋਥਾਗਰ ਬੁਲਾ ਲਓ, ਮੇਰੇ ਤੋਂ ਤਾਂ ਕੱਢਣੀ ਹੋਣੀ ਹੈ। ਪਾਣੀ ਦੇ ਵਿੱਚ ਬੜਿਆ ਹੋਇਆ ਬੰਦਾ ਕਿਵੇਂ ਬੋਲ ਪਊਗਾ? ਮੂੰਹ 'ਚ ਪਾਣੀ ਨਹੀਂ ਪੈ ਜੂ ਉਹਦੇ। ਉਹ ਕਹਿੰਦੇ ਸੰਤ ਜੀ ਇਹ ਕੀ ਕਹਿ ਰਿਹਾ ਹੈ? ਗਿਰਧਾਰੀ ਲਾਲ ਜੀ ਕਹਿੰਦੇ ਠੀਕ ਕਹਿ ਰਿਹਾ ਹੈ। ਉਹ ਕਹਿੰਦਾ ਲੈ ਭਾਈ 5 ਰੁਪਏ ਕੱਢ ਗੜਬੀ ਲਿਆ। ਕਹਿੰਦਾ ਸੰਤ ਜੀ ਫਿਰ ਮੈਂ ਤੈਨੂੰ ਪੁੱਛਦਾ, ਜਿਹੜਾ ਕੋਈ ਬ੍ਰਹਮ ਦੇ ਵਿੱਚ ਜਾ ਵੜਦਾ ਹੈ ਨਾ, ਕਹਿੰਦੇ ਬੋਲਣ ਜੋਗਾ ਨਹੀਂ ਰਹਿੰਦਾ। ਤੂੰ ਕਹੀ ਜਾਂਦਾ ਮੈਂ ਬ੍ਰਹਮ ਤੂੰ ਬ੍ਰਹਮ। ਇਹ ਗੜਬੀ ਦੁਆਰਾ ਆਪ ਦੇ ਸਾਸ ਜੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਫਿਰ ਭਾਈ ਦੱਸਣ ਜੋਗੇ ਨਹੀਂ ਰਹਿੰਦੇ, ਉਹ ਪਰਮੇਸ਼ਰ ਦਾ ਰੂਪ ਇਹ ਹੋ ਜਾਂਦੇ ਨੇ। ਵੱਖਰਾ ਹੋਵੇ ਤਾਂ ਦੱਸੇ ਬ੍ਰਹਮ ਤੋਂ। ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ ਹੈ। ਨਦੀਆਂ ਦੀ ਤਰ੍ਹਾਂ ਜੋ ਮਹਾਤਮਾ ਤਤਵੇ ਤੇ ਨਾ, ਬਾਹੜਿਆਂ ਦੀ ਨਿਆਈ, ਜਿਹੜੇ ਛੋਟੇ ਛੋਟੇ ਨਾਲਿਆਂ ਦੀ ਨਿਆਈ ਜਗਿਆਸੂ ਨੇ, ਜਿਹੜੇ ਅਜੇ ਚੱਲੇ ਹੋਏ ਨੇ, ਉਹ ਪਰਮੇਸ਼ਰ ਰੂਪ ਸਮੁੰਦਰ ਦੇ ਵਿੱਚ ਨਾਮ ਜਪ ਕੇ ਪਵਹਿ ਪੈ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ। ਨਾ ਜਾਣੀਏ ਹੈ, ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦੇ। ਸਮੁੰਦਰ ਰੂਪ ਪਰਮੇਸ਼ਰ ਦਾ ਰੂਪ ਤਾਂ ਹੋ ਜਾਂਦੇ ਨੇ, ਪਰ ਅੰਤ ਨਹੀਂ ਜਾਣ ਸਕਦੇ। ਇਸ ਲਈ ਕੋਈ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਹੈ। ਤੇ ਫਿਰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੋ ਵਾਹਿਗੁਰੂ ਵਿੱਚ ਅਭੇਦਤਾ ਦਾ ਆਨੰਦ ਹੈ, ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦਾ ਹੈ, ਤੇ ਉਹ ਪਦਾਰਥਾਂ ਦੇ ਪ੍ਰਾਪਤ ਹੋਣ ਤੋਂ, ਪਦਾਰਥਾਂ ਵਿੱਚ ਲੱਗ ਕੇ ਉਹ ਆਨੰਦ ਫਿਰ ਨਾਸ਼ ਨਹੀਂ ਹੋ ਜਾਂਦਾ? ਕਦੇ ਕਦੇ ਪਦਾਰਥ ਐਸੇ ਭਾਰੂ ਹੋ ਜਾਂਦੇ ਨੇ, ਫਿਰ ਆਨੰਦ ਨਹੀਂ ਆ ਜਾਂਦਾ। ਇਸ ਪ੍ਰਕਾਰ ਫਿਰ ਇਹ ਪ੍ਰਸ਼ਨ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਉਹਦਾ ਉੱਤਰ ਦਿੱਤਾ ਹੈ। ਸਮੁੰਦ ਸਾਹ ਸੁਰਤਾਨ ਗ੍ਰਹ ਸੇਤੀ ਮਾਲਤਾਨ। ਸਮੁੰਦਰ ਦੀ ਨਿਆਈ ਪਰਮੇਸ਼ਰ ਹੈ। ਸਾਹ ਸਾਹੂਕਾਰ ਦੀ ਨਿਆਈ ਜਗਿਆਸੂ। ਸੁਲਤਾਨ ਨਾਮ ਹੁੰਦਾ ਬਾਦਸ਼ਾਹ ਦਾ, ਚੱਕਰਵਰਤੀ ਬਾਦਸ਼ਾਹ ਦੀ ਨਿਆਈ ਕੌਣ ਹੈ? ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਖ, ਜੋ ਪਰਮਾਤਮਾ ਰੂਪ ਸਮੁੰਦਰ ਦੇ ਵਿੱਚ ਅਭੇਦ ਹੋ ਗਏ। ਉਹ ਭਾਵੇਂ ਸ਼ਾਹੂਕਾਰ ਬਣ ਜਾਣ, ਚੱਕਰਵਰਤੀ ਬਾਦਸ਼ਾਹ ਬਣ ਜਾਣ, ਜਿਨ੍ਹਾਂ ਦੇ ਪਾਸ ਗਿਰਹਾ, ਗਿਰ ਜਮਾ ਹਾ, ਗਿਰ ਨਾਮ ਪਹਾੜ ਦਾ ਹੈ, ਹਾ ਨਾਮ ਕੱਟਣ ਵਾਲਾ, ਜੋ ਇੰਦਰ ਦਾ ਬਾਣ ਹੈ, ਉਹਦੇ ਵਰਗੇ, ਇੰਦਰ ਵਰਗੇ ਐਰਾਵਤ ਹਾਥੀ ਘੋੜੇ ਧਨ ਖਜ਼ਾਨੇ ਉਹਨਾਂ ਦੇ ਕੋਲ ਹੋਣ। ਸੇ ਜਮੰਤੀ, ਸੇ ਨਾਮ ਸੱਚੀ, ਜਿਹੜੀ ਅਪਛਰਾ ਹੈ ਇੰਦਰਪੁਰੀ ਦੇ ਵਿੱਚ ਸਵਰਗ ਦੀ, ਸੱਚੀ ਵਰਗੀਆਂ ਤੀ ਕੀਏ ਤ੍ਰੀਮਤਾਂ ਉਹਨਾਂ ਦੇ ਕੋਲ ਹੋਣ, ਰਾਣੀਆਂ ਹੋਣ। ਐਡਾ ਵੱਡਾ ਉਹਨਾਂ ਕੋਲ ਸਮਗਰ ਹੋਵੇ, ਉਹਨਾਂ ਦੀ ਗ੍ਰਹਿ ਗੰਢ ਸੇਤੀ ਸਹਿਤ ਮਾਲ ਧਨ ਹੋਵੇ, ਉਹ ਚੱਕਰਵਰਤੀ ਬਾਦਸ਼ਾਹ ਬਣ ਜਾਣ। ਐਡਾ ਵੱਡਾ ਉਹਨਾਂ ਦੇ ਕੋਲ ਇਹ ਸਾਰਾ ਕੁਝ ਹੋਵੇ। ਕੀੜੇ ਤੁਲ ਨਾ ਹੋਵਨੀ ਜੀ ਤਿਸ ਮਨ ਹੋਣਾ ਈਸ਼ਰ ਹੈ। ਉਹਨਾਂ ਨੂੰ ਕੀੜੀ ਦੇ ਤੁਲ ਬਰਾਬਰ ਹੰਗਤਾ ਨਹੀਂ, ਪਦਾਰਥਾਂ ਦੀ ਥੋੜੇ ਮਾਤਰ ਵੀ ਹੰਗਤਾ ਨਹੀਂ ਹੁੰਦੀ। ਕੀੜੀ ਨੂੰ ਤਾਂ ਜੇ ਹੰਗਤਾ ਹੈ ਵੀ ਉਹਨੂੰ ਛੇੜਿਆਂ ਤੇ ਦੰਦੀ ਵੱਢਦੀ ਹੈ, ਡੰਗ ਮਾਰਦੀ ਹੈ ਕੀੜੀ, ਉਹ ਤਾਂ ਜੇ ਕੱਟ ਲੈਂਦੇ ਕੀੜੀ ਤਾਂ ਉਹ ਬ੍ਰਹਮ ਗਿਆਨੀ ਕਹਿੰਦੇ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਤੇ ਇਸ ਕਰਕੇ ਅਸੀਂ ਸ਼ਾਹ ਹਾਂ, ਅਸੀਂ ਰਾਜੇ ਹਾਂ, ਉਹਨਾਂ ਦੇ ਅੰਤਸ਼ਕਰਨ ਵਿੱਚ ਪਰਮਾਤਮਾ ਨਹੀਂ ਭੁੱਲਦਾ। ਉਹਨਾਂ ਨੂੰ ਕੀੜੀ ਜਿੰਨੀ ਵੀ ਥੋੜ੍ਹੀ ਮਾਤਰਾ ਵੀ ਹੰਗਤਾ ਨਹੀਂ ਫੁਰਦੀ। ਸਾਰਾ ਪਦਾਰਥ ਉਹ ਕੀ ਮੰਨਦੇ ਹੈ ਕਿ ਵਾਹਿਗੁਰੂ ਦਾ ਦਿੱਤਾ ਹੋਇਆ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਪਰਮਾਤਮਾ ਦਾ ਸਮਝ ਕੇ ਵਰਤਦੇ। ਤੇ ਐਸੇ ਜਿਹੜੇ क्षमा बड़ों में होती है छोटों में उत्पाद,
ਗੁਜਰਾਤ ਦੇ ਇਲਾਕੇ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਬੈਠਾ ਜਾਂਦਾ ਸੀ। ਉਹ ਜਾਂਦਿਆਂ ਜਾਂਦਿਆਂ ਇੱਕ ਵਿਧਵਾ ਬੀਬੀ ਦੇ ਕਿਤੇ ਉਹਦੇ ਬਾਗਲੇ ਦੇ ਅੰਦਰ ਬੇਰੀ ਸੀ, ਬੇਰੀ ਦੇ ਬੇੜ ਸੀ ਬੜੇ ਮਿੱਠੇ। ਉਹ ਪਰਲੇ ਪਾਸੇ ਰਸਤਾ ਜਾਂਦਾ ਸੀ। ਉਹ ਨਿਆਣੇ ਇਕੱਠੇ ਹੋ ਕੇ ਬੇਰ ਤੋੜਨ ਵਾਸਤੇ, ਬੱਚਿਆਂ ਦਾ ਸੁਭਾਅ ਹੁੰਦਾ। ਤੇ ਹੁਣ ਬੇਰ ਉੱਚੇ ਨੂੰ ਉੱਤੇ ਹੱਥ ਤਾਂ ਜਾਂਦਾ ਨਹੀਂ, ਡੰਡਾ ਮਾਰ ਕੇ ਜਾਂ ਹਲੂਣਾ ਦੇ ਕੇ ਜਾਂ ਫਿਰ ਢੀਮਾ ਮਾਰ ਕੇ, ਇਹੀ ਸਾਧਨ ਹੁੰਦਾ ਬੱਚਿਆਂ ਕੋਲ। ਉਹ ਕਿਤੇ ਬੱਚੇ ਢੀਮ ਮਾਰਦੇ ਸੀ, ਕਿਤੇ ਇੱਟ ਦਾ ਟਰੋੜਾ ਜਿਹੜਾ ਸੀ ਉਹ ਜ਼ੋਰ ਦੀ ਮਾਰਿਆ। ਕੁਦਰਤੀ ਉਸ ਵੇਲੇ ਮਹਾਰਾਜਾ ਹਾਥੀ ਤੇ ਲੰਘਿਆ ਜਾਂਦਾ ਸੀ, ਉਹ ਬੱਟਾ ਜਾ ਕੇ ਮਹਾਰਾਜ ਦੇ ਸਿਰ 'ਚ ਲੱਗਿਆ ਤੇ ਹਾਹਾਕਾਰ ਮਚ ਗਈ। ਉਸ ਵੇਲੇ ਰਾਜੇ ਦੇ ਲੱਗਿਆ ਯਾਰ ਬੱਟਾ ਹੈ ਕਿ ਵੀ ਦੁਸ਼ਮਣ ਨੇ ਮਾਰਿਆ, ਕਿਸੇ ਨੇ ਘੇਰਾ ਪਾ ਲਿਆ ਫੌਜਾਂ ਨੇ। ਨਿਆਣੇ ਸੀ ਸਾਰੇ, ਉਹ ਬਾਗਲੇ ਦੇ 'ਚ ਫੜ ਕੇ ਮਹਾਰਾਜ ਦੇ ਅੱਗੇ ਪੇਸ਼ ਕਰ ਦਿੱਤੇ। ਹੁਣ ਨਿਆਣੇ ਸ਼ਰਾਰਤੀ ਹੁੰਦੇ ਨੇ, ਸਹਿਮ ਗਏ, ਡਰ ਗਏ ਰਾਣੇ। ਕਿਹਨੇ ਬੱਟਾ ਮਾਰਿਆ ਵੀ ਦੱਸੋ, ਸੱਚ ਨਹੀਂ ਸਭ ਨੂੰ ਸਜ਼ਾ ਦੇਵਾਂਗੇ। ਜੀ ਤੋਂ ਬੱਟਾ ਵੱਜਿਆ ਸੀ ਉਹਦੇ ਕਨੀ ਉਂਗਲ ਕਰਕੇ ਨਿਆਣਾ ਆਪਣੇ ਆਪ ਦਾ ਖਹਿੜਾ ਛਡਾਉਣ ਲਈ ਕਹਿੰਦਾ ਜੀ ਇਹਨੇ ਮਾਰਿਆ। ਉਹ ਫਸ ਗਿਆ ਵਿਚਾਰਾ, ਉਹ ਰੋਣ ਲੱਗ ਗਿਆ। ਸ਼ੇਰੇ ਪੰਜਾਬ ਹਾਥੀ ਤੋਂ ਹੇਠਾਂ ਉਤਰਿਆ, ਉਹਨੂੰ ਗੋਦ ਵਿੱਚ ਲੈ ਕੇ ਕਹਿੰਦਾ ਬੇਟਾ ਰੋ ਨਾ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਮੈਂ ਤਾਂ ਸਿਰਫ ਤੈਨੂੰ ਇੰਨਾ ਹੀ ਪੁੱਛਣਾ ਹੈ ਵੀ ਮੈਂ ਤੇਰਾ ਕੀ ਵਿਗਾੜਿਆ, ਤੂੰ ਮੇਰੇ ਕਿਉਂ ਮਾਰਿਆ ਹੈ ਰੋੜਾ। ਰੋਂਦਾ ਰੋਂਦਾ ਅੱਖਾਂ 'ਚ ਹੰਝੂ ਸੀ। ਕਹਿੰਦਾ ਮਹਾਰਾਜ ਮੈਂ ਗਰੀਬ ਘਰ ਜੰਮਿਆ ਹੋਇਆ, ਮੈਂ ਤਾਂ ਕਿਸੇ ਪਿੰਡ ਦੇ ਬੰਦੇ ਦੇ ਰੋੜਾ ਨਹੀਂ ਮਾਰ ਸਕਦਾ, ਮੈਂ ਤੁਹਾਡੇ ਕਿਵੇਂ ਮਾਰ ਦੂੰ, ਤੁਸੀਂ ਸਾਡੇ ਪਾਤਸ਼ਾਹ ਹੋ। ਕਹਿੰਦੇ ਫਿਰ ਤੂੰ ਰੋੜਾ। ਉਹ ਕਹਿੰਦੇ ਮਹਾਰਾਜ ਤਾਂ ਮੈਂ ਬੇਰੀ ਦੇ ਮਾਰਦਾ ਸੀ। ਸ਼ੇਰੇ ਪੰਜਾਬ ਕਹਿੰਦਾ ਪੁੱਤ ਬੇਰੀ ਦੇ ਕਿਉਂ ਮਾਰਦਾ ਸੀ ਵੇ, ਚਲੋ ਮੇਰੇ ਤਾਂ ਨਹੀਂ ਮਾਰਿਆ, ਅਚਾਨਕ ਲੱਗ ਗਿਆ ਮੇਰੇ। ਬੇਰੀ ਦੇ ਕਿਉਂ ਮਾਰਦਾ ਸੀ? ਅੱਖਾਂ 'ਚ ਹੰਝੂ ਨੂੰ ਕਹਿੰਦੇ ਮਹਾਰਾਜ ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ। ਸ਼ੇਰੇ ਪੰਜਾਬ ਦੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦੇ ਹੇ ਕਲਗੀਧਰ ਪਾਤਸ਼ਾਹ, ਮੈਂ ਤੇਰਾ ਸਿੱਖ ਹਾਂ, ਜੇ ਡੰਡੇ ਖਾ ਕੇ ਬੇਰੀ ਮਿੱਠੇ ਮਿੱਠੇ ਬੇਰ ਦਿੰਦੀ ਹੈ, ਜੇ ਮੈਂ ਅੱਜ ਇਹਨਾਂ ਨਿਆਣਿਆਂ ਨੂੰ ਕੁਛ ਨਾ ਦਿੱਤਾ, ਮੈਂ ਤਾਂ ਬੇਰੀ ਵਰਗਾ ਵੀ ਨਹੀਂ ਹਾਂ, ਫਿਰ ਤਾਂ ਮੈਂ ਇਦੋਂ ਵੀ ਨਿਕੰਮਾ ਹੈ। ਮੈਨੂੰ ਐਡਾ ਵੱਡਾ ਰਾਜ ਦਿੱਤਾ ਤੈਂ। ਉਸ ਵੇਲੇ ਪੰਚਾਇਤ ਇਕੱਠੀ ਕੀਤੀ, ਇਲਾਕਾ ਇਕੱਠਾ ਹੋਇਆ। ਕਹਿੰਦੇ ਭਾਈ ਮੈਂ ਇਹਨੂੰ ਬੱਚੇ ਨੂੰ 2 ਪਿੰਡ ਦੇਣਾ। ਬੁੱਢਣਪੁਰ ਪਿੰਡ ਦਿੱਤਾ, ਹੋਰ ਇੱਕ ਨਾਲ ਪਿੰਡ ਹੈ, ਸਾਰੇ ਇਹ ਸ਼ੇਰੇ ਪੰਜਾਬ ਦੇ ਐਡਾ ਵੱਡਾ ਰਾਜ ਪ੍ਰਾਪਤ ਕਰਕੇ ਫਿਰ ਵੀ ਇੱਕ ਨਿੱਕੇ ਜਿਹੇ ਕੀੜੀ ਨਾਲੋਂ ਵੀ ਨਿਮਰਤਾ ਜ਼ਿਆਦਾ ਹੈ। ਕੀੜੀ ਤੁਲਨਾ ਉਹਦੇ ਤੁਲ ਨਹੀਂ, ਉਦੋਂ ਵੀ ਨਹੀਂ। ਵੀ ਉਹ ਕਹਿੰਦੇ ਨਹੀਂ ਅਸੀਂ ਤਾਂ ਭਾਈ ਕੁਛ ਵੀ ਨਹੀਂ ਹਾਂ। ਇਸ ਕਰਕੇ ਉਹਨਾਂ ਨੂੰ ਫਿਰ ਪਦਾਰਥਾਂ 'ਚ ਫਸਣਾ ਕੀ ਹੈ, ਉਹਨਾਂ ਦੀ ਬਿਰਤੀ ਐਸੀ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਿੱਖੋ, ਤੇ ਉਹ ਐਡੇ ਵੱਡੇ ਮਾਲ ਧਨ ਪ੍ਰਾਪਤ ਕਰਕੇ ਵੀ ਆਪਣੀ ਅਵਸਥਾ ਨਹੀਂ ਖੋਂਦੇ। ਉਹ ਜੰਗਲਾਂ ਵਿੱਚ ਰਹਿਣ, ਫਕੀਰੀ ਵਿੱਚ ਰਹਿਣ, ਉਹ ਗ੍ਰਸਤ ਵਿੱਚ ਰਹਿਣ, ਉਹ ਕਿਸੇ ਵੱਡੇ ਇੰਦਰਪੁਰੀ ਵਰਗੇ ਬਾਦਸ਼ਾਹ ਬਣ ਜਾਣ, ਦੁਨੀਆ ਦੇ ਬਾਦਸ਼ਾਹ ਬਣ ਜਾਣ। ਉਹ ਵੱਡਾ ਹੋ ਕੇ ਵੀ ਆਪਣੇ ਆਪ ਨੂੰ ਨੀਵੇਂ ਤੋਂ ਨੀਵੇਂ ਕਹਾਉਂਦੇ ਨੇ। ਅਤੇ ਜਿਵੇਂ ਪਾਣੀ ਨਿਮਾਣ ਨੂੰ ਹੀ ਚੱਲਦਾ ਹੈ, ਚੜ੍ਹਦੇ ਪਾਸੇ ਨੂੰ ਪਾਣੀ ਨਹੀਂ ਜਾਇਆ ਕਰਦਾ। ਇਸੇ ਤਰ੍ਹਾਂ ਪਰਮਾਤਮਾ ਦਾ ਸੁਭਾਅ ਹੈ, ਉਹ ਨੀਵੇਂ ਹਿਰਦੇ ਵੱਲ ਨੂੰ ਆਪਣੇ ਨਾਮ ਨੂੰ ਭੇਜਦਾ ਪਹਿਲਾਂ, ਫਿਰ ਆਪ ਮਿਲ ਜਾਂਦਾ ਹੈ। ਤੋ ਇਸ ਕਰਕੇ ਫਿਰ ਗੁਰੂ ਸੇ ਕਹਿਣ ਲੱਗੇ ਮਹਾਰਾਜ, ਜਿਹੜੇ ਰਿਸ਼ੀ ਮੁਨੀ ਸੰਤ ਭਗਤ ਵਾਹਿਗੁਰੂ ਨੂੰ ਸਿਮਰਦੇ ਸਲਾਹੁੰਦੇ ਨੇ, ਜਿਹੜਾ ਜੀਵ ਤੇ ਈਸ਼ ਦੇ ਭੇਦ ਦੀ ਆਪ ਜੀ ਬਾਰ-ਬਾਰ ਗੱਲ ਕਰਦੇ ਹੋ, ਪਿੱਛੇ ਵੀ ਪੌੜੀਆਂ 'ਚ ਦੱਸਿਆ ਤੂੰ ਸਦਾ ਸਲਾਮਤ ਨਿਰੰਕਾਰ। ਇਹ ਜਿਹੜਾ ਭੇਦ ਅੰਦਰ ਹੁੰਦਾ ਹੈ, ਤੇ ਇਹ ਜੀਵ ਤੇ ਈਸ਼ ਦਾ ਭੇਦ ਉਹਨਾਂ ਦੇ ਅੰਦਰ ਵੀ ਹੁੰਦਾ। ਗੁਰਸਿੱਖਾਂ ਨੇ ਪ੍ਰਸ਼ਨ ਕੀਤਾ, ਜਿਹੜੇ ਸੰਤ ਭਗਤ ਨੇ, ਰਿਸ਼ੀ ਮੁਨੀ ਨੇ, ਇਹ ਜੀਵ ਈਸ਼ ਦਾ ਫਰਕ ਉਹਨਾਂ ਦੇ ਅੰਦਰ ਹੁੰਦਾ ਹੈ। ਸਤਿਗੁਰੂ ਜੀ ਇਸੇ ਸ਼ਬਦ ਦੁਆਰਾ ਉੱਤਰ ਦੇ ਕੇ ਫਰਮਾਨ ਕਰਦੇ ਹਨ, ਸਲਾਹੇ ਸਲਾਹੇ ਇਤੇ ਸੁਰਤ ਨਾ ਪਾਈਆ। ਹੇ ਗੁਰਸਿੱਖੋ, ਜੋ ਗੁਰਮੁਖ ਜਨ ਉਸ ਸਾਲਾਹੀ ਪ੍ਰਭੂ ਨੂੰ ਸਾਲਾਹੇ ਸਲਾਹੁੰਦੇ ਨੇ, ਉਹਨਾਂ ਦੇ ਅੰਦਰ ਜੀਵ ਈਸ਼ ਦੇ ਭੇਦ ਦੀ ਸੁਰਤ ਗਿਆਤ
ਨਹੀਂ ਪਾਈਆ ਪਾਈ ਦੀ, ਕਿਉਂਕਿ ਉਹਨਾਂ ਦੇ ਅੰਦਰ ਇਸ ਭੇਦ ਦੀ ਇਤੀ ਕੀ ਇਹ ਸਮਾਪਤੀ ਹੋ ਗਈ, ਉਹ ਅਭੇਦ ਹੋ ਗਏ, ਅਭੇਦਤਾ ਹੋ ਗਈ ਹੈ। ਨਦੀਆਂ ਅਤਹ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਉਹਨਾਂ ਦੀ ਉਹ ਨਦੀ ਦੀ ਨਿਆਈ ਜੋ ਈਸ਼ਵਰ ਹੈ, ਇਹ ਨਦੀ ਦੀ ਨਿਆਈ ਸਮਝਣਾ, ਅਤੇ ਵਾਹ ਨਾੜੇ ਦੀ ਨਿਆਈ, ਨਾਲੇ 'ਚ ਪਾਣੀ ਥੋੜ੍ਹਾ ਹੁੰਦਾ ਅਤੇ ਗੰਦਗੀ ਵੀ ਹੁੰਦੀ ਹੈ। ਜੀਵ ਨੂੰ ਨਾਲੇ ਦੀ ਤੁਲਨਾ ਦਿੱਤੀ ਹੈ ਕਿ ਉਹਦੇ 'ਚ ਰਾਗ ਦਵੈਸ਼ ਦੀ ਗੰਦਗੀ ਹੈ। ਨਦੀ 'ਚ ਪਾਣੀ ਜ਼ਿਆਦਾ ਹੁੰਦਾ, ਪਵਿੱਤਰ ਹੁੰਦੀ ਹੈ। ਈਸ਼ਵਰ ਨਦੀ ਦੀ ਨਿਆਈ, ਜੀਵ ਨਾਲੇ ਦੀ ਨਿਆਈ। ਇਹ ਜਿਹੜਾ ਇਸ ਭੇਦ ਨੂੰ ਉਹਨਾਂ ਨੇ ਤਿਆਗ ਦਿੱਤਾ ਹੈ। ਬ੍ਰਹਮ ਰੂਪ ਸਮੁੰਦਰ ਦੇ ਵਿੱਚ ਪਵ ਹੈ, ਨਦੀ ਪੈ ਜਾਵੇ, ਬਾੜਾ ਪੈ ਜਾਵੇ, ਸਮੁੰਦਰ ਰੂਪ ਹੋ ਜਾਂਦਾ। ਉਹ ਜਾ ਪੈਂਦੇ ਨੇ, ਪਰਮੇਸ਼ਰ ਬ੍ਰਹਮ ਦੇ ਵਿੱਚ ਵਰਤੀ ਲੀਨ ਹੋ ਗਈ ਉਹਨਾਂ ਦੀ। ਫਿਰ ਉਹਨਾਂ ਦੇ ਅੰਦਰ ਜੀਵ ਈਸ਼ ਦਾ ਭੇਦ ਨਾ ਜਾਣੀ ਹੈ, ਨਹੀਂ ਜਾਣਿਆ ਜਾਂਦਾ। ਭੇਦ ਕਿੱਥੇ ਰਹੇਗਾ ਫਿਰ? ਏਕਾ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਉਹਨਾਂ ਦੀ ਤਾਂ ਅਵਸਥਾ ਇਹੋ ਜਿਹੀ ਹੋ ਜਾਂਦੀ। ਤੇ ਫਿਰ ਅੱਗੇ ਫਰਮਾਨ ਕਰਦੇ ਹਨ ਜੀ, ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਤਨ। ਅਖੇ ਮਹਾਰਾਜ ਸਮੁੰਦਰ ਕਿਹਨੂੰ ਕਿਹਾ ਆਪ ਜੀ ਨੇ? ਸ਼ਾਹੂਕਾਰ ਕੌਣ ਹੈ? ਮਹਾਰਾਜ ਕਹਿੰਦੇ ਸ਼ਾਹ ਦੀ ਨਿਆਈ ਤਾਂ ਜੀਵਨ, ਕਿਉਂਕਿ ਅਲਪਗਤਾ ਜਿਹੜੀ ਹੈ ਇਹ ਜੀਵਾਂ ਦੇ ਕੋਲ ਅਲਪਗਤਾ ਅਗਿਆਨਤਾ ਦਾ ਧਨ ਹੈ, ਇਹਦੇ ਸਹਿਤ ਨਹੀਂ। ਅਗਿਆਨ ਦਾ, ਅਲਪਗਪਣੇ ਦਾ ਇਹ ਧਨ ਹੈ। ਖੱਟ ਉਰਮੀਆਂ ਇਹਦੇ ਕੋਲ ਨੇ, ਤੇ ਇਸ ਕਰਕੇ 6 ਲਹਿਰਾਂ, ਉਰਮੀ ਨਾਲ ਲਹਿਰ ਦਾ ਹੁੰਦਾ, 6 ਲਹਿਰਾਂ ਨੇ। ਜੰਮਣ ਦੀ ਇੱਕ ਲਹਿਰ ਸੀ ਜੀਵ ਨੂੰ ਪ੍ਰਾਪਤ ਹੋ ਗਈ, ਜਿੱਦਣ ਮਰੂਗਾ ਇਹ ਵੱਡੀ ਲਹਿਰ ਫੇਰ ਆਊਗੀ, ਰੋੜ ਕੇ ਲੈ ਜਾਊਗੀ। 2 ਲਹਿਰਾਂ ਹੋ ਗਈਆਂ, ਇਹ ਉਰਮੀਆਂ ਨੇ, 2 ਉਰਮੀਆਂ ਨੇ। ਜੰਮਣਾ ਤੇ ਮਰਨਾ ਸਰੀਰ ਦਾ ਧਰਮ, 2 ਉਰਮੀਆਂ ਹੋ ਗਈਆਂ। ਸੁੱਖ ਤੇ ਦੁੱਖ, ਇਹ 2 ਲਹਿਰਾਂ ਨੇ। ਸੁੱਖ ਦੀ ਲਹਿਰ ਆਉਂਦੀ ਹੈ, ਹੱਸਣ ਲੱਗ ਜਾਂਦਾ ਹੈ। ਦੁੱਖ ਦੀ ਲਹਿਰ ਆਉਂਦੀ ਹੈ, ਮੂੰਹ ਮਰਝਾ ਜਾਂਦਾ ਹੈ। ਦੁੱਖ ਤੇ ਸੁੱਖ ਦੀ ਲਹਿਰ ਉੱਠਦੀ ਹੈ, ਇਹ ਮਨ ਨੂੰ ਵਿਆਪਦੀ ਹੈ। ਮਨ ਦਾ ਧਰਮ ਹੈ ਇਹ। ਜੰਮਣਾ ਤੇ ਮਰਨਾ ਸਰੀਰ ਦਾ ਧਰਮ, ਤੇ ਸੁੱਖ ਤੇ ਦੁੱਖ ਇਹ ਮਨ ਅਨੁਭਵ ਕਰਦਾ ਹੈ। ਤੇ ਇਸ ਪ੍ਰਕਾਰ ਦੀਆਂ ਇਹ ਜਿਹੜੀਆਂ ਉਰਮੀਆਂ ਨੇ, ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਇਹ ਲਹਿਰਾਂ ਨੇ ਜੀਵ ਦੇ ਵਿੱਚ। ਜੰਮਣਾ ਮਰਨਾ, ਸੁੱਖ ਦੁੱਖ ਅਨੁਭਵ ਕਰਨਾ, ਰਾਗ ਦਵੈਸ਼ ਹੈ, ਇਹ ਸਾਰੀਆਂ ਇਸ ਪ੍ਰਕਾਰ ਦੀਆਂ ਪਰਮੇਸ਼ਰ ਵਾਹਿਗੁਰੂ ਜਿਹੜਾ ਅੰਤਰਜਾਮੀ ਆ, ਜਦੋਂ ਉਹਦੇ ਵਿੱਚ ਮਿਲ ਜਾਂਦੇ ਹੈ। ਸ਼ਾਹ ਦੀ ਨਿਆਈ ਤਾਂ ਭਾਈ ਜੀਵਨ, ਤੇ ਅਲਪਗਤਾ ਹੈ ਜਿਨ੍ਹਾਂ ਦੇ ਸਹਿ ਸੁਲਤਾਨ ਈਸ਼ਵਰ। ਜੀਵ ਤੇ ਈਸ਼ ਦੀ ਅਲਪਗਤਾ ਅਤੇ ਸਰਬਗਤਾ, ਇਹ ਦੋਨਾਂ ਦਾ ਗਿਰਹਾ, ਗਿਰਜਮਾ ਹਾ, ਗਿਰ ਗੰਢ ਨੂੰ ਹਾ ਕੀ ਇਹ ਨਾਸ ਕਰ ਲਿਆ ਉਹਨਾਂ ਨੇ। ਤਾਂ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਮੁੰਦਰ ਹੈ, ਸੇਤੀ ਨਾਲ ਮਿਲ ਗਏ ਨੇ। ਈਸ਼ਵਰ ਦੀ ਸਰਬਗਤਾ ਦਾ ਜਿਹੜਾ ਸੀ, ਉਹਨਾਂ ਨੇ ਇਹ ਭਾਵ ਨੂੰ ਦੂਰ ਕਰ ਦਿੱਤਾ। ਜੀਵ ਦੀ ਅਲਪਗਤਾ ਦਾ, ਬ੍ਰਹਮ ਈਸ਼ਵਰ ਦੇ ਵਿੱਚ ਵੀ ਉਹੀ ਵਿਆਪਕ ਹੈ, ਤੇ ਜੀਵ ਦੇ ਵਿੱਚ ਵੀ ਉਹੀ ਵਿਆਪਕ ਹੈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਹੋਰ ਫਰਮਾਨ ਕਰਦੇ ਹਨ, ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨਾ ਵਿਸਰਹਿ। ਉਹਨਾਂ ਦੇ ਅੰਦਰ ਕੀੜੀ ਦੇ ਤੁਲ ਸਮਾਨ, ਥੋੜੇ ਮਾਤਰ ਵੀ ਅਭਿਮਾਨ ਦਾ ਭੇਦ ਭਾਵ ਨਹੀਂ, ਇਹ ਨਹੀਂ ਰਹਿ ਜਾਂਦਾ। ਜੇ ਤਿਸ ਗੁਰਮੁਖਾਂ ਦੇ ਮਨ ਵਿੱਚੋਂ ਪ੍ਰਭੂ ਨਾਮ ਵਿਸਰੇ, ਭੁੱਲੇ ਨਾ। ਜਿਹੜੇ ਗੁਰਮੁਖ ਉਸ ਵਾਹਿਗੁਰੂ ਦੇ ਮਨੋ ਮਨ ਦੇ ਵਿੱਚ ਨਹੀਂ ਵਿਸਾਰਦੇ, ਭੁਲਾਉਂਦੇ ਨਹੀਂ ਵਾਹਿਗੁਰੂ ਨੂੰ, ਉਹਨਾਂ ਦੇ ਅੰਦਰ ਕੀੜੀ ਤੁਲ, ਕੀੜੀ ਦੇ ਸਮਾਨ ਭਾਵੇਂ ਥੋੜੇ ਮਾਤਰ ਵੀ ਜੀਵ ਈਸ਼ ਦਾ ਭੇਦ ਨਹੀਂ ਹੈ। ਉਹ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦੇ ਹੈ। ਇਸ ਕਰਕੇ ਉਹਨਾਂ ਦੇ ਅੰਦਰ ਇਹ ਅਭਿਮਾਨ ਨੇੜੇ ਨਹੀਂ ਆਉਂਦਾ। ਤੇ ਇਸ ਕਰਕੇ ਫਿਰ ਅੱਗੇ ਹੁਣ ਚੌਥੇ ਅਰਥ ਦੇ ਵਿੱਚ ਫਰਮਾਨ ਕਰਦੇ ਨੇ, ਸੁਣਨਾ ਕਰੋ ਜੀ। ਸਾਲਾਹੇ ਸਾਲਾਹੇ ਇਤੀ ਸੁਰਤ ਨਾ ਪਾਈਆ। ਹੁਣ ਪ੍ਰਸ਼ਨ ਹੈ, ਕਹਿੰਦੇ ਜਿਹੜੇ ਵੇਦ ਨੇ
ਉਸ ਪ੍ਰਭੂ ਸਮਗਰ ਦਾ ਕਥਨ ਕਰ ਸਕਦੇ ਨੇ ਉਹ ਸਮੁੱਚੇ ਰੂਪ ਦੇ ਵਿੱਚ, ਸੰਪੂਰਨ ਰੂਪ ਦੇ ਅੰਦਰ, ਕਿਉਂਕਿ ਵੇਦ ਆਦਿ ਕਾਲ ਦੀ ਬਾਣੀ ਹੈ, ਗਿਆਨ ਦਾ ਭੰਡਾਰਾ ਨਾ ਹੋ। ਜਵਾਬ ਦੇ ਵਿੱਚ ਸਤਿਗੁਰੂ ਜੀ ਨੇ ਫਰਮਾਇਆ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਕਹਿੰਦੇ ਉਹ ਸਲਾਹੀ ਪ੍ਰਭੂ, ਸਾਲਾਹੇ ਸਲਾਹੁਣਾ ਯੋਗ ਵਾਲੇ ਜਿਹੜੇ ਚਾਰੇ ਵੇਦ ਨੇ, ਸ਼ਾਮ ਵੇਦ, ਰਿਗ ਵੇਦ, ਜੁਜ ਵੇਦ, ਅਥਰਵਣ ਵੇਦ, ਉਹਨਾਂ ਦੇ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਮਗਰ ਰੂਪ ਦੇ ਅੰਦਰ ਕਥਨ ਕਰਨ ਦੀ ਏਤੀ ਕੀ ਇੰਨੀ ਸ਼ਕਤੀ, ਸੁਰਤ ਗਿਆਤ ਨਹੀਂ ਪਾਈ ਜਾਂਦੀ। ਕਿਉਂਕਿ ਵੇਦ ਹੈ ਜਿਹੜਾ, ਉਹ ਤਾਂ 3 ਗੁਣਾਂ ਨੂੰ ਹੀ ਕਥਨ ਕਰਦਾ ਨਾ। ਇਸ ਕਰਕੇ ਅੱਗੇ ਦੱਸਦੇ ਹਨ, ਨਦੀਆਂ ਅਤਹਿ ਵਾਹ ਵਹ ਸਮੁੰਦ ਨਾ ਜਾਣੀਐ। ਨਦੀਆਂ ਦੀ ਨਿਆਈ ਈਸ਼ਵਰ, ਵਾਹੜੇ ਦੀ ਨਿਆਈ ਜੀਵ। ਵੇਦ ਉਹਨਾਂ ਦੇ ਬਾਚ ਅਰਥ ਦਾ ਹੀ ਵਿਖਿਆਨ ਕਰਦੇ ਆ। ਬਾਚ ਅਰਥ ਦਾ ਤਿਆਗ ਕਰਕੇ ਜੀਵ ਤੇ ਈਸ਼ਪਣੇ ਨੂੰ ਤਿਆਗ ਕੇ ਅਸਪਦ ਬ੍ਰਹਮ ਰੂਪ ਅਭੇਦ ਹੋ ਜਾਂਦੇ ਨੇ ਜਿਹੜੇ, ਉਸ ਅਭੇਦ ਅਵਸਥਾ ਦਾ ਕਥਨ ਕਰਨਾ ਵੇਦ ਵੀ ਨਹੀਂ ਜਾਣਦੇ। ਕਿਉਂਕਿ ਵੇਦ ਤਾਂ ਮਾਇਆ ਦੇ 3 ਗੁਣਾਂ ਦਾ ਹੀ ਕਥਨ ਕਰਦੇ ਆ। 3 ਗੁਣ ਵਿਸ਼ਿਆ ਵੇਦਾ, ਉਹ ਨਹੀਂ ਜਾਣਦੇ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਤੇ ਪਰਮਾਤਮਾ ਦੀ ਮਹਿਮਾ ਤਾਂ ਕੀ ਜਾਣਨੀ ਹੈ ਵੇਦ ਨੇ। ਉਹ ਪਰਮਾਤਮਾ ਦੇ ਪਿਆਰਿਆਂ ਦੀ ਵੀ ਨਹੀਂ ਜਾਣਦਾ। ਕਾਰਨ ਕੀ ਹੈ? ਕਹਿੰਦੇ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ। 3 ਗੁਣ ਰਜਗੁਣ, ਸਤਗੁਣ, ਤਮ ਗੁਣ, 3 ਗੁਣਾਂ ਤੋਂ ਪਾਰ ਹੋ ਗਏ ਨੇ। ਆਪਣੇ ਆਪ ਦੀ ਆਤਮਾ ਦੀ ਲਖਤਾ ਹੋ ਗਈ। ਪਰਮਾਤਮਾ ਵੀ 3 ਗੁਣਾਂ ਤੋਂ ਪਰੇ ਹੈ। ਬੰਦਗੀ ਕਰਨ ਵਾਲੀ 3 ਗੁਣਾਂ ਤੋਂ ਪਰੇ ਹੋ ਗਏ। ਮੇਲ ਤਾਂ ਹੀ ਹੁੰਦਾ, ਗੁਣਾ ਕਰਕੇ ਮੇਲ ਹੁੰਦਾ, ਔਗੁਣਾ ਕਰਕੇ ਆਪਸ ਵਿੱਚ ਹੀ ਮਤਭੇਦ ਹੋ ਜਾਂਦੇ ਨੇ। ਕਿਸੇ ਹੰਕਾਰ ਦਾ ਔਗੁਣ ਆ ਜਾਵੇ, ਕਿਸੇ ਸਵਾਰਥ ਦਾ ਆ ਜਾਵੇ। ਤੋ ਇਸ ਕਰਕੇ ਫਿਰ ਦੱਸ ਰਹੇ ਤੇ ਇਹ 3 ਗੁਣਾਂ ਨੂੰ ਇਹ ਕਥਨ ਕਰਦੇ ਨੇ। ਅੱਗੇ ਫਰਮਾਨ ਕੀਤਾ ਸਤਿਗੁਰਾਂ ਨੇ, ਸਮੁੰਦ ਸਾਹ ਸੁਰ ਤਹਾਨ ਗ੍ਰਹ ਸੇਤੀ ਵਾਲ ਤਹਨ। ਜਿਹੜੇ ਮਨੁੱਖ ਜੀਵ ਭਾਵ ਮਿਟਾ ਕੇ ਪਰਮੇਸ਼ਰ ਵਾਹਿਗੁਰੂ ਸਮੁੰਦਰ ਵਿੱਚ ਅਭੇਦ ਹੋ ਜਾਂਦੇ ਨੇ, ਉਹ ਸਾਹ ਕੰਬੇਰ ਹੈ। ਸ਼ਾਹੂਕਾਰ ਦੀ ਨਿਆਈ, ਸੁਲਤਾਨ ਦੀ ਨਿਆਈ, ਬਾਦਸ਼ਾਹ ਦੀ ਨਹੀਂ, ਬਰਮਾ, ਉਹਦੇ ਨਾਲੋਂ ਗ੍ਰਹਿ ਵੱਡੇ ਨੇ। ਕੰਬੇਰ ਅਤੇ ਬਰਮਾ ਆਪਣੇ ਮਾਲ ਧਨ ਦੀ ਹੰਗਤਾ ਕਰਦੇ ਆ, ਉਹਦੇ ਸੇਤੀ ਨੇ ਸਹਿਤ ਨੂੰ ਉਹ ਗੁਰਮੁਖ ਹੰਕਾਰ ਤੋਂ ਰਹਿਤ ਨੇ। ਪ੍ਰਸ਼ਨ ਕੀਤਾ, ਕਹਿੰਦੇ ਜੀ ਫਿਰ ਜੇ ਉਹ ਸਭ ਨਾਲੋਂ ਵੱਡੇ ਨੇ, ਫਿਰ ਉਹਨਾਂ 'ਚ ਵੱਡੇ ਹੋਣ ਦੀ ਹਉਮੈ ਵੀ ਤਾਂ ਆ ਸਕਦੀ ਹੈ ਵੀ ਅਸੀਂ ਵੱਡੇ ਹਾਂ। ਇਹਦਾ ਉੱਤਰ ਦਿੰਦੇ ਨੇ ਮਹਾਰਾਜ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਈਸਰ ਹੈ। ਜਿਹੜੇ ਤਿਸ ਉਸ ਪ੍ਰਭੂ ਵਾਹਿਗੁਰੂ ਮਨ ਦੇ ਵਿੱਚੋਂ ਨਹੀਂ ਭੁਲਾਉਂਦੇ, ਉਹਨਾਂ ਦੇ ਅੰਦਰ ਕੀੜੀ ਤੁਲ ਸਮਾਨ ਭਾਵ ਥੋੜੇ ਮਾਤਰ ਵੀ ਹੰਗਤਾ ਨਹੀਂ ਹੁੰਦੀ। ਹੋ ਹੀ ਨਹੀਂ ਸਕਦੀ, ਹੰਗਤਾ ਨੂੰ ਜਗ੍ਹਾ ਹੀ ਨਹੀਂ ਰਹੀ। ਜਿੰਨੀ ਦੇਰ ਤੱਕ ਹੰਗਤਾ ਹੈ ਉਨੀ ਦੇਰ ਤੱਕ ਵਾਹਿਗੁਰੂ ਦਾ ਮਿਲਾਪ ਕਿੱਥੇ ਹੈ? ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹਉ ਨਾਹੀਂ, ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ। ਹਉ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਏਕੋ ਹੋਵੇ। ਇਸ ਕਰਕੇ ਕਿਹਾ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਠਾਏ। ਹੰਗਤਾ ਰਹੂਗੀ ਜਾਂ ਪਰਮੇਸ਼ਰ ਦਾ ਨਾਮ ਰਹੂਗਾ। ਨਾਮ ਕਿਉਂ ਨਹੀਂ ਟਿਕਦਾ ਸਾਡੇ ਅੰਦਰ? ਅੰਦਰ ਹਉਮੈ ਹੈ, ਨਾਮ ਦਾ ਵਿਰੋਧੀ ਤੱਤ ਅੰਦਰ ਸਾਂਭੀ ਬੈਠੇ। ਹੰਗਤਾ ਨਿਕਲੂਗੀ ਤਾਂ ਫਿਰ ਨਾਮ ਅੰਦਰ ਟਿਕਣ ਲੱਗੂਗਾ। ਤੋ ਇਸ ਕਰਕੇ ਫਿਰ ਇਹ ਕਥਨ ਕੀਤਾ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਅੰਦਰ ਹੰਗਤਾ ਸੰਪੂਰਨ ਰੂਪ ਕਰਕੇ ਮਿਟ ਜਾਂਦੀ ਹੈ। ਜਿਨ੍ਹਾਂ ਦੀ ਹੰਗਤਾ ਮਿਟ ਗਈ, ਇਹ ਸੰਸਾਰ ਬੜੇ ਬੜੇ ਉਹਨਾਂ ਦੇ ਪ੍ਰੀਖਿਆ ਕਰਦਾ ਹੈ। ਹੰਗਤਾ ਤੋਂ ਰਹਿਤ, ਵਿਕਾਰਾਂ ਤੋਂ ਰਹਿਤ ਇੱਕ ਮਹਾਤਮਾ ਸੀ। ਇੱਕ ਤਰਕਸ਼ੀਲ ਬੰਦੇ ਨੇ, ਜਿਹੜਾ ਨਾਸਤਿਕ ਸੀ, ਮੰਨਦਾ ਨਹੀਂ ਸੀ ਨਾ ਰੱਬ ਨੂੰ ਨਾ ਰੱਬ ਦੇ ਪਿਆਰਿਆਂ ਨੂੰ। ਉਹ ਕਹਿੰਦਾ ਲੈ ਮੈਂ ਪਰਖਦਾ ਇਹਨੂੰ ਸੰਤ ਨੂੰ। ਗਿਆ ਜਾ ਕੇ ਕਹਿੰਦਾ ਮਹਾਤਮਾ ਜੀ ਸ਼ਰਧਾਲੂ ਬਣ ਕੇ, ਅਸੀਂ ਮਾਰਾ ਗ੍ਰਸਤੀ ਲੋਕ ਹਾਂ, ਸਾਡਾ ਭਲਾ ਇਹਦੇ ਵਿੱਚ ਹੈ, ਆ ਨਾਮ ਤਾਂ ਜਪ ਨਹੀਂ ਸਕਦੇ, ਅਸੀਂ ਨਾਮ ਜਪਣ ਵਾਲਿਆਂ ਦੀ ਸੇਵਾ ਕਰੀਏ। ਕਹਿੰਦੇ ਭਾਈ ਗੱਲਾਂ ਨਾ ਕਰ ਬਾਤੀਆਂ, ਟਾਈਮ ਨਾ ਖਰਾਬ ਕਰ, ਮੈਨੂੰ ਦੱਸ ਕੀ ਚਾਹੁੰਦਾ ਹੈ। ਕਹਿੰਦਾ ਜੀ ਪ੍ਰਸ਼ਾਦਾ ਛਕਾਉਣਾ ਚਾਹੁੰਦਾ, ਕਾਨੂੰ
ਕਹਿੰਦੇ ਮੈਂ 8 ਪਹਿਰ ਬਾਅਦ ਪ੍ਰਸ਼ਾਦਾ ਛਕਦਾ, ਵੀ ਅੱਜ ਤਾਂ ਹੁਣ ਨਹੀਂ, ਫਿਰ ਕੱਲ੍ਹ ਨੂੰ ਮੈਂ। ਕਹਿੰਦੇ ਜੀ ਸਵੇਰੇ ਆ ਜਾਓ, ਰੋਟੀ ਤਿਆਰ ਹੋ ਗਈ, 10 ਕੁ ਵਜੇ ਆ ਜਾਓ। ਕਹਿੰਦੇ ਜੀ ਠੀਕ ਹੈ। ਘਰ ਵਾਲੀ ਨੂੰ ਸਿਖਾਲਤਾ, ਕਹਿੰਦਾ ਮੈਂ ਤਾਂ ਚਲਾ ਜਾਣਾ, ਇੱਧਰ ਉੱਧਰ ਹੋ ਜਾਣਾ, ਵੀ ਉਹ ਬਾਬਾ ਆਊਗਾ ਇੱਕ ਰੋਟੀ ਖਾਣ, ਵੀ ਉਹਦੀ ਚੰਗੀ ਤਰ੍ਹਾਂ ਲਾਪਾ ਕਰਦੀ। ਉਹ ਕਹਿੰਦੇ ਜੀ ਕੋਈ ਨਹੀਂ, ਮੈਂ ਕਰ ਦੂੰ ਇਹਦਾ, ਮੈਂ ਤਾਂ ਨਾਲੇ ਲਾਪਾ ਕਰਨ ਦਾ ਤਾਂ ਮੈਨੂੰ ਅਭਿਆਸ ਹੀ ਹੈ, ਮੈਂ ਤੁਹਾਡੀ ਰੋਜ਼ ਇਹ ਕਰਦੀ ਹਾਂ, ਸੰਤ ਦੀ ਕਰਨੀ ਮੈਨੂੰ ਕੀ ਔਖੀ ਹੈ ਭਲਾ, ਮੈਂ ਉਹਦੀ ਵੀ ਕਰ ਦੂੰ, ਕੋਈ ਬਾਤ ਨਹੀਂ। ਉਹ ਜਦੋਂ ਸੰਤ ਆਇਆ, ਉਹ ਤਾਂ ਕਹਿੰਦੀ ਬਾਬਾ ਜੀ ਮੂੰਹ ਚੱਕੀ ਉਹਨਾਂ ਹੈ। ਕਹਿੰਦੇ ਭਾਈ ਇਹ ਫਲਾਨਾ ਸੋਂਦਾ ਘਰ ਨਹੀਂ, ਕਹਿੰਦੇ ਉਸੇ ਦਾ ਹੈ। ਕਹਿੰਦਾ ਜੀ ਉਹ ਪ੍ਰਸ਼ਾਦੇ ਵਾਸਤੇ ਕਹਿ ਕੇ ਆਇਆ ਸੀ, ਉਹਨੂੰ ਕੀ ਪਤਾ ਰੋਟੀ ਮੈਂ ਪਕਾਉਣੀ ਹੈ, ਰੋਟੀ ਉਹਨੇ ਪਕਾਉਣੀ ਹੈ, ਲੱਗਦਾ ਰੋਟੀ ਖਾਣ ਦਾ ਇੱਥੇ ਤੁਰੇ ਫਿਰਦੇ, ਮੁੜ ਜਾ ਇੱਥੋਂ। ਉਹਦੇ ਚਿਹਰੇ 'ਤੇ ਵੀ ਕੋਈ ਫਰਕ ਨਹੀਂ ਪਿਆ, ਵਾਪਸ ਆ ਗਿਆ, ਰੋਟੀ ਨਹੀਂ ਖਾਧੀ। ਕਹਿੰਦਾ ਪਰਮਾਤਮਾ ਭਈ ਕੋਈ ਮੇਰੇ ਵੱਲੋਂ ਭੁੱਲ ਹੋਈ ਹੈ, ਖਿਮਾ ਕਰ। ਵਾਪਸ ਆ ਗਿਆ। ਕਹਿੰਦਾ ਬੋਲਿਆ ਸੀ ਬਾਬਾ ਮੂਰੇ, ਕਹਿੰਦੀ ਕੁਛ ਨਹੀਂ ਬੋਲਿਆ, ਤੇ ਚੁੱਪ ਕਰਕੇ ਮੁੜ ਗਿਆ। ਚਲਿਆ ਕੇ ਜਾ ਕੇ ਸੰਤਾਂ ਨੂੰ ਕਹਿੰਦਾ ਜੀ ਮੈਂ ਤਾਂ ਖਿਮਾ ਮੰਗਣ ਆਇਆ। ਕਹਿੰਦੇ ਭਾਈ ਗਲਤੀ ਕੀ ਹੈ? ਕਹਿੰਦੇ ਜੀ ਘਰ ਵਾਲੀ ਨੇ ਬੇਇੱਜ਼ਤੀ ਕਰਤੀ ਤੁਹਾਡੀ। ਉਹ ਬੜੀ ਪਾਗਲ ਹੈ ਜੀ, ਉਹ ਤਾਂ ਮੈਨੂੰ ਵੀ ਬੋਲਦੀ ਰਹਿੰਦੀ ਹੈ। ਕਹਿੰਦੇ ਕੋਈ ਨਹੀਂ ਭਾਈ, ਜੀਵਾਂ ਦਾ ਸੁਭਾਅ ਹੁੰਦੇ ਨੇ, ਤਾਂ ਕੀ ਹੋ ਗਿਆ, ਮੈਨੂੰ ਤਾਂ ਕੋਈ ਫਰਕ ਨਹੀਂ ਪਿਆ, ਹੰਗਤਾ ਨਹੀਂ ਨਾ ਸੀ। ਕਹਿੰਦਾ ਨਹੀਂ ਜੀ ਰੋਟੀ ਤਾਂ ਮੈਂ ਜ਼ਰੂਰ ਖਵਾਉਣੀ, ਫਿਰ ਕੱਲ੍ਹ ਨੂੰ ਤੁਸੀਂ ਜ਼ਰੂਰ ਆਇਓ। ਕਹਿੰਦੇ ਜੀ ਠੀਕ। ਸੰਤ ਫੇਰ ਚਲੇ ਗਏ ਤੇ ਦਰਵਾਜ਼ੇ 'ਚ ਖੜ੍ਹ ਕੇ ਆਵਾਜ਼ ਮਾਰੀ, ਆਵਾਜ਼ ਮਾਰੀ ਤਾਂ ਬਾਹਰ ਨਿਕਲਿਆ। ਕਹਿੰਦਾ ਉਹ ਕਹਿੰਦੇ ਸੰਤ ਜੀ ਮੈਂ ਤਾਂ ਭੁੱਲ ਗਿਆ, ਘਰ ਵਾਲੀ ਨੂੰ ਰੋਟੀ ਕਹਿਣਾ ਹੀ ਭੁੱਲ ਗਿਆ ਸੀ, ਵੀ ਤੂੰ ਪ੍ਰਸ਼ਾਦਾ ਬਣਾਇਆ ਸੀ ਤਾਂ ਬਣਾਇਆ ਹੀ ਨਹੀਂ। ਕਹਿੰਦੇ ਚੱਲ ਕੋਈ ਨਹੀਂ ਭਾਈ, ਭੁੱਲ ਹੋ ਜਾਂਦੇ। ਸੰਤ ਫੇਰ ਮੁੜ ਕੇ ਕਰਦਾ ਸੀ ਜਾਣ ਕੇ। ਅਗਲੇ ਦਿਨ ਫੇਰ ਕਹਿੰਦਾ ਜੀ ਹੁਣ ਕੱਲ੍ਹ ਨੂੰ ਜ਼ਰੂਰ ਆਏ। ਸੰਤ ਕਹਿੰਦੇ ਆ ਜਾਵਾਂਗੇ। ਤੀਸਰੇ ਦਿਨ ਸੰਤ ਆਏ, ਬੂਹੇ 'ਚ ਖੜ੍ਹ ਕੇ ਕਹਿੰਦਾ ਸੰਤਾ, ਕਹਿੰਦਾ ਮੈਨੂੰ ਸਮਝ ਨਹੀਂ ਤੂੰ ਕਿਹਾ ਜਿਹਾ ਬੰਦਾ ਹੈ। ਕਹਿੰਦੇ ਕੀ ਗੱਲ ਭਾਈ? ਕਹਿੰਦਾ ਕੁੱਤੇ ਨੂੰ ਵੀ ਡੰਡਾ ਦਿਖਾ ਦਈਏ ਮੁੜ ਕੇ ਨਹੀਂ ਆਉਂਦਾ। ਕਹਿੰਦਾ ਤੂੰ ਤਾਂ ਕੁੱਤੇ ਤੋਂ ਵੀ ਭੈੜਾ ਹੈ, ਘਰ ਵਾਲੀ ਨੇ ਬੇਇੱਜ਼ਤੀ ਕਰੀ, ਮੈਂ ਜਾਣ ਕੇ ਕਿਹਾ ਵੀ ਤੂੰ ਭੁੱਲ ਗਿਆ। ਮੂੰਹ ਚੱਕ ਕੇ ਤੀਸਰੇ ਦਿਨ ਫੇਰ ਆ ਗਿਆ ਤੂੰ। ਸੰਤ ਮੁੜ ਗਏ, ਕੁਛ ਨਹੀਂ ਕਿਹਾ, ਕੋਈ ਬਾਹਰ ਨਾ ਸ਼ਰਾਬ ਕੁਛ ਨਹੀਂ, ਵਾਪਸ ਮੁੜ ਗਿਆ। ਉਹਦੇ ਪੈਰਾਂ ਹੇਠ 'ਤੇ ਜ਼ਮੀਨ ਖਿਸਕ ਗਈ। ਕਹਿੰਦਾ ਹੇ ਰੱਬਾ, ਮੈਂ ਤੈਨੂੰ ਮੰਨਦਾ ਤਾਂ ਨਹੀਂ ਹੁੰਦਾ, ਇਹਦਾ ਮਤਲਬ ਰੱਬ ਕੋਈ ਹੈ ਜਿਹਦੇ ਨਾਮ ਜਪਣ ਵਾਲਿਆਂ ਦੇ ਵਿੱਚ ਇਹ ਕਿਸੇ ਦੇ ਵਿੱਚ ਐਡਾ ਮਾਦਾ ਹੋ ਹੀ ਨਹੀਂ ਸਕਦਾ, ਤੇਰੇ ਨਾਮ ਜਪਣ ਵਾਲਿਆਂ 'ਚ ਇਹ ਹੋ ਸਕਦਾ ਹੈ। ਇਹ ਤਾਂ ਅੱਤ ਹੋ ਗਈ। ਬਾਫੇ ਜਾ ਕੇ ਲੰਮਾ ਹੀ ਡੰਡੌਤ ਕਰਕੇ ਹੀ ਚਰਨਾਂ 'ਚ ਪੈ ਗਿਆ। ਕਹਿੰਦਾ ਮਹਾਤਮਾ ਜੀ ਰੋਟੀ ਤਾਂ ਰਹਿ ਗਈ ਇੱਕ ਪਾਸੇ, ਹੁਣ ਤਾਂ ਤਨ ਮਨ ਧਨ ਹੀ ਸਾਰਾ ਹੀ ਤੈਨੂੰ ਸੌਂਪਿਆ, ਮੱਥਾ ਟੇਕਿਆ, ਰੋਟੀ ਕਿਤੇ ਬਾਕੀ ਨਹੀਂ ਰਹਿੰਦੀ। ਮੈਂ ਜਾਣ ਬੁੱਝ ਕੇ ਕੀਤਾ ਸੀ, ਤੇਰੀ ਪ੍ਰੀਖਿਆ ਲਈ ਸੀ, ਪਰ ਤੇਰੇ ਵਿੱਚ ਹਉਮੈ ਹੈ ਨਹੀਂ। ਕਹਿੰਦੇ ਭਾਈ ਪਰਮਾਤਮਾ ਹੀ ਕਰ ਸਕਦਾ ਸਭ ਕੁਝ, ਤੇਰੇ ਵਿੱਚ ਵੀ ਉਹੀ ਹੈ, ਮੇਰੇ ਵਿੱਚ ਉਹੀ ਹੈ। ਬੇਇੱਜ਼ਤੀ ਕਿਹਦੀ ਹੋਈ, ਇੱਜ਼ਤ ਕਿਹਦੀ ਹੋਈ? ਨਾ ਇੱਜ਼ਤ ਹੋਈ ਨਾ ਬੇਇੱਜ਼ਤੀ ਹੋਈ, ਕਿਉਂਕਿ ਮੈਂ ਤਾਂ ਤੈਨੂੰ ਰੱਬ ਦਾ ਰੂਪ ਸਮਝ ਕੇ, ਮੇਰੀ ਦ੍ਰਿਸ਼ਟੀ ਤਾਂ ਉਹਦੇ 'ਤੇ ਰਹੀ ਹੈ ਵੀ ਮੈਨੂੰ ਰੋਟੀ ਵਾਸਤੇ ਉਹਨੇ ਬੁਲਾਇਆ, ਮੈਨੂੰ ਰੋਟੀ ਵਾਸਤੇ ਵਾਪਸ ਉਹਨੇ ਕੀਤਾ। ਹੁਣ ਮਿੰਨਤਾਂ ਵੀ ਤੂੰ ਹੀ ਕਰ ਰਿਹਾ, ਮੈਨੂੰ ਤਾਂ ਹੁਣ ਵੀ ਤੂੰ ਹੀ ਉਹੀ ਦੇਖਦਾ। ਫਿਰ ਸਦਾ ਵਾਸਤੇ ਨਾ ਸੰਤਾਂ ਦਾ ਸੇਵਕ ਬਣ ਗਿਆ ਸੀ, ਸਦਾ ਵਾਸਤੇ ਫਿਰ ਨਾਮ ਚ ਬਣਿਆ। ਉਹਨਾਂ ਦੇ ਕਹਿਣ ਦਾ ਮਤਲਬ ਵੀ ਉਹਨਾਂ ਦੇ ਵਿੱਚ ਹੰਕਾਰ ਨਹੀਂ ਹੁੰਦਾ, ਨਿਮਰਤਾ ਇੰਨੀ ਹੁੰਦੀ ਹੈ, ਥੋੜ੍ਹੇ ਮਾਤਰ ਵੀ ਉਹਨਾਂ ਦੇ ਵਿੱਚ ਕੋਈ ਹੰਗਤਾ ਨਾ ਹੋਣ ਕਰਕੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਦਾ ਜਾਪ ਹੋ ਰਿਹਾ ਹੁੰਦਾ ਹੈ। ਸੋ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਵੀ ਸਿਮਰਨ ਭਜਨ ਕਿੰਨਾ ਕੁ ਸਮਾਂ ਕਰਨਾ ਚਾਹੀਦਾ? ਇਹ ਸਿੱਖਾਂ ਦਾ ਪ੍ਰਸ਼ਨ ਹੈ। ਨਾਮ ਜਪਦੇ ਆ, ਕੋਈ ਕਹਿੰਦਾ ਜੀ ਇੰਨਾ ਚਿਰ ਜਪਣਾ ਚਾਹੀਦਾ, ਕੋਈ ਕਹਿੰਦਾ ਕਿੰਨਾ ਚਿਰ ਜਪਣਾ ਚਾਹੀਦਾ, ਤੇ ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਸਾਹਿਬ ਜੀ ਫਿਰ ਉੱਤਰ ਦੇਣ ਲੱਗੇ, ਕਹਿਣ ਲੱਗੇ ਨ ਸਲਾਹੇ ਸਲਾਹੇ ਇਤੀ ਸੁਰਤ ਨ ਪਾਈਆ। ਹੇ ਗੁਰਸਿੱਖੋ, ਸਲਾਹੀ ਵਾਹਿਗੁਰੂ ਜੀ ਦੀ ਸਲਾਹਾ ਸਿਫਤ, ਜਿਹੜੇ ਸਿਮਰਨ ਕਰਨ ਵਾਲੇ ਤੱਤ ਵੇਤੇ ਨੇ ਉਹਨਾਂ ਦੇ ਨਾਲ ਮਿਲ ਕਰਕੇ ਉਸ ਵਾਹਿਗੁਰੂ ਦੀ ਸਲਾਹੀ ਸਲਾਹੁਣਾ ਕਰੋ। ਇੱਕ ਤਾਂ ਇਹ ਹੈ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ, ਉਹਨਾਂ ਦੀ ਸੰਗਤ ਕਰਿਆ ਕਰੋ ਜਿਹੜੇ ਨਾਮ ਜਪਣ ਵਾਲੇ ਨੇ, ਜਿਨ੍ਹਾਂ ਦੀਆਂ ਅਵਸਥਾ ਪੱਕ ਚੁੱਕੀਆਂ, ਜਿਨ੍ਹਾਂ ਤੱਤ ਵੇਤਿਆਂ ਨੇ ਸਲਾਹਿਆ, ਉਹਨਾਂ ਦੀ ਸਲਾਹੇ ਸਿਫਤ ਕਰਿਆ ਕਰੋ, ਕਦੇ ਨਿੰਦਿਆ ਨਹੀਂ ਕਰਨੀ ਸੰਤਾਂ ਦੀ। ਕਹਿੰਦੇ ਜੀ ਅਸੀਂ ਤਾਂ ਇਹ ਪੁੱਛਿਆ ਸੀ ਵੀ ਕਿੰਨਾ ਚਿਰ ਸ਼ਲਾਘਾ ਕਰਨੀ ਚਾਹੀਦੀ ਹੈ। ਕਹਿੰਦੇ ਉਹੀ ਦੱਸਣ ਲੱਗੇ ਆ ਵੀ ਪਹਿਲਾਂ ਤਾਂ ਜਿਹੜੇ ਸ਼ਲਾਘਾ ਕਰਦੇ ਉਹਨਾਂ ਦੀ ਕਦੇ ਨਿੰਦਿਆ ਨਹੀਂ ਕਰਨੀ, ਹੋ ਸਕੇ ਸੇਵਾ ਕਰੋ,
ਪਰਮਾਤਮਾ ਦੀ ਪ੍ਰਸੰਨਤਾ ਮਿਲੂ। ਨਹੀਂ ਨਿੰਦਿਆ ਤਾਂ ਬਿਲਕੁਲ ਹੀ ਨਹੀਂ ਕਰ। ਰਹੀ ਗੱਲ ਵੀ ਕਿੰਨਾ ਚਿਰ ਕਰਨੀ ਚਾਹੀਦੀ ਹੈ, ਇਹਦਾ ਉੱਤਰ ਦੇਣ ਲੱਗੇ ਹਨ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਕਹਿੰਦੇ ਏਤੀ ਸੁਰਤ ਨਾ ਪਾਈਆ। ਏਤੀ ਇੰਨੀ ਸੁਰਤ ਗਿਆਤ ਸਮਝ ਨਹੀਂ ਪਾਈਆ ਪ੍ਰਾਪਤ ਕੀਤੀ ਜਾ ਸਕਦੀ। ਤੇ ਫਿਰ ਕਿੰਨਾ ਚਿਰ ਸਲੋਣਾ ਕਰੇ, ਜਿੰਨਾ ਚਿਰ ਤੱਕ ਤੇਰੀ ਸੁਰਤ ਬਿਰਤੀ ਬ੍ਰਹਮਾਕਾਰ ਨਾ ਹੋ ਜਾਵੇ, ਉਨੀ ਦੇਰ ਤੱਕ ਸਲਾਉਂਦਾ ਹੀ ਰਹਿ। ਉਨੀ ਦੇਰ ਤੱਕ ਸਲਾਉਣਾ ਕਰ ਜਿੰਨਾ ਚਿਰ ਤੇਰੇ ਵਿੱਚ ਮੈਂ ਤੇ ਤੂੰ ਦੀ ਸੁਰਤ ਗਿਆਤ ਦੀ ਇਤੀ ਨਹੀਂ ਹੋਈ, ਸਮਾਪਤੀ ਨਹੀਂ ਹੋ ਗਈ, ਖਤਮ ਨਹੀਂ ਹੋ ਗਈ, ਉਨਾ ਚਿਰ ਸਿਮਰਨ ਕਰਦਾ ਹੀ ਰਹਿ। ਜੇ ਤੈਨੂੰ ਹੰਗਤਾ ਆਦਿਕ ਫੁਰਦੀ ਹੈ ਤਾਂ ਸਿਮਰਨ ਕਰਨ ਤੋਂ ਉਨਾ ਚਿਰ ਹਟਣਾ ਹੀ ਨਹੀਂ ਹੈ, ਜਿੰਨੀ ਦੇਰ ਤੱਕ ਇਹ ਕਾਮਨਾ ਖਤਮ ਨਾ ਹੋ ਜਾਏ। ਕਾਮ ਕਰੋ ਲੋਭ ਮੋਹ ਹੰਕਾਰ ਸਾਰੇ ਖਤਮ ਨਾ ਹੋ ਜਾਣ, ਸਿਮਰਨ ਕਰਦਾ ਰਹਿ। ਏਤੀ ਇਤਨਾ ਸਮਾਂ ਸਲਾਹੀ ਸਲਾਹੁਣ ਯੋਗ ਪਰਮੇਸ਼ਰ ਨੂੰ ਸਲਾਹੇ ਸਲਾਹੁਣਾ ਕਰੀਏ, ਜਦੋਂ ਤੱਕ ਆਤਮ ਵਿਸ਼ੈਣੀ ਸੁਰਤ ਮਤ ਨੂੰ ਪਾਈਏ, ਪ੍ਰਾਪਤ ਨਾ ਕਰ ਲਈਏ। ਉਸ ਵਾਹਿਗੁਰੂ ਨੂੰ ਸਲਾਹੀ ਸਲਾਹੁਣਾ ਯੋਗ ਹੋ ਕੇ ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਇਹਨਾਂ ਸਾਧਨਾਂ ਨੂੰ ਦੇ ਸਹਿਤ ਉਹਦੀ ਸਲਾਹੀ ਸਲਾਂਘਾ ਕਰੋ। ਕਿ ਤੁਸੀਂ ਏਤੀ ਇੰਨੀ ਕੁ ਸੁਰਤ ਗਿਆਤ ਨਹੀਂ ਜਾਣੀ, ਤੁਹਾਨੂੰ ਪਤਾ ਨਹੀਂ ਇਸ ਗੱਲ ਦਾ। ਅੱਗੇ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ। ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਇਹ ਪ੍ਰਮਾਣ ਹੈ। ਜਿਸ ਪ੍ਰਕਾਰ ਨਦੀਆਂ ਅਤੇ ਵਾਹ ਕਹੀਏ ਵਾਹੜੇ ਨਾਲੇ ਜੋ ਪਾਣੀ ਦੇ ਚੱਲ ਰਹੇ ਨੇ ਕਿੱਧਰ ਨੂੰ, ਸਮੁੰਦਰ ਵਾਲੇ ਪਾਸੇ ਨੂੰ, ਤੇ ਉਹ ਵਾਪਸ ਜਾ ਰਹੇ ਨੇ ਕਿਉਂਕਿ ਆਏ ਉੱਥੋਂ ਨੂੰ। ਕਿਵੇਂ ਆਏ ਨੇ ਉਹ ਬਾਅਦ 'ਚ ਆ ਜਾਂਦੀ ਹੈ ਗੱਲ। ਉਹ ਆਏ ਇਸ ਤਰ੍ਹਾਂ ਵੀ ਸਮੁੰਦਰ ਦੇ ਵਿੱਚੋਂ ਬੱਦਲਾਂ ਨੇ ਪਾਣੀ ਨੂੰ ਉਠਾ ਲਿਆ, ਆਕਾਸ਼ ਨੂੰ ਚੜ੍ਹ ਗਏ, ਜਾ ਕੇ ਪਹਾੜਾਂ ਦੇ ਵਿੱਚ ਬਰਸਾਤ ਹੋ ਗਈ, ਤੇ ਉਸੇ ਪਾਣੀ ਦੇ ਨਾਲੇ ਬਣ ਗਏ, ਕੁਛ ਨਦੀਆਂ ਬਣ ਗਈਆਂ। ਉਹ ਪਹਾੜਾਂ ਦੇ ਵਿੱਚ ਮੀਂਹ ਪੈਣ ਕਰਕੇ ਫਿਰ ਦੁਬਾਰਾ ਉਹ ਨਦੀਆਂ ਦੇ ਨਾਲ ਮਿਲ ਕੇ ਪਾਣੀ ਜਿਹੜਾ ਹੈ ਨਦੀ ਜਾਂ ਫਿਰ ਬਾਹੜੇ ਦਾ ਰੂਪ ਹੋ ਕਰਕੇ ਉਹ ਮਿਲਣ ਵਾਸਤੇ ਤੁਰ ਪੈਂਦਾ ਹੈ ਪਰਮਾਤਮਾ ਨੂੰ, ਸਮੁੰਦਰ ਨੂੰ ਮਿਲਣ ਵਾਸਤੇ। ਪਰਮਾਤਮਾ ਤਾਂ ਅੱਗੇ ਦਾ ਦ੍ਰਿਸ਼ਟਾਂਤ ਵਿੱਚ ਆਏਗਾ। ਉਹ ਉਨੀ ਦੇਰ ਤੱਕ ਰੁਕਦੇ ਨਹੀਂ। ਇਹ ਦ੍ਰਿਸ਼ਟਾਂਤ ਹੈ ਜਦੋਂ ਤੱਕ ਨਦੀਆਂ ਤੇ ਨਾਲੇ ਸਮੁੰਦਰ ਦੇ ਵਿੱਚ ਦੁਬਾਰੇ ਮਿਲਣਾ ਨਾ ਜਾਣ, ਉਨੀ ਦੇਰ ਤੱਕ ਦਿਨ ਰਾਤ ਸਮੁੰਦਰ ਵੱਲ ਨੂੰ ਤੁਰੀ ਜਾਂਦੇ ਨੇ। ਪਹਾੜਾਂ ਉੱਚੇ ਟਿੱਬਿਆਂ ਨੂੰ ਚੀਰਦੇ ਹੋਏ, ਬੜੇ ਬੜੇ ਮੋੜ ਕੱਟ ਕੱਟ ਕੇ, ਪੱਥਰਾਂ ਨਾਲ ਟੱਕਰਾਂ ਮਾਰ ਮਾਰ ਕੇ, ਉੱਪਰੋਂ ਹੇਠਾਂ ਡਿੱਗ ਡਿੱਗ ਕੇ, ਸ਼ੋਰ ਸ਼ਰਾਬਾ ਖੜਕਾ ਕਰਦੇ ਹੋਏ, ਬਹੁਤ ਸਾਰੇ ਪੰਧ ਰਸਤੇ ਮੁਕਾਉਂਦੇ ਹੋਏ, ਤੇ ਜੰਗਲਾਂ ਦੇ ਵਿੱਚ ਨੂੰ, ਕਲਰੀਆਂ ਜ਼ਮੀਨਾਂ ਦੇ ਵਿੱਚ ਨੂੰ, ਰੜੇ ਮੈਦਾਨ ਦੇ ਵਿੱਚ ਨੂੰ, ਉਹ ਆਪਣੇ ਪ੍ਰੀਤਮ ਸਮੁੰਦਰ ਨੂੰ ਜਾ ਕੇ ਮਿਲਣ ਵਾਸਤੇ, ਅਭੇਦ ਹੋਣ ਵਾਸਤੇ ਤੁਰੇ ਰਹਿੰਦੇ ਨੇ। ਉਹਨਾਂ 'ਚ ਰੁਕਦੇ ਨਹੀਂ ਜਿੰਨੀ ਦੇਰ ਤੱਕ ਉਹਦੀ ਅਭੇਦ ਨਹੀਂ ਹੋ ਜਾਂਦੇ। ਸਮੁੰਦਰ ਜਾ ਕੇ ਉਹ ਜਿਹੜੀ ਹਿਲਚੁਲ ਸੀ, ਖੜਕਾ ਉਹ ਵੀ ਬੰਦ ਹੋ ਗਿਆ। ਜਿਹੜਾ ਨੱਠਣਾ ਭੱਜਣਾ ਸੀ, ਮੋੜ ਘੋੜ ਕੱਟਣੇ, ਉਹ ਵੀ ਬੰਦ ਹੋ ਗਏ। ਸਮੁੰਦਰ ਮਿਲ ਕੇ ਕੀ ਹੋ ਗਿਆ? ਨਾ ਨਾਲਾ ਰਿਹਾ, ਨਾ ਨਦੀ ਰਹੀ। ਜਲ ਕਾ ਜਲ ਹੁਆ, ਪਾਣੀ ਦਾ ਪਾਣੀ ਹੋ ਗਿਆ, ਵੱਖਰੇ ਨਹੀਂ ਰਹੇ ਜਾਣੇ ਜਾਂਦੇ। ਇਹ ਹੈ ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਦਾ ਜਿਹੜਾ ਦਾ ਦ੍ਰਿਸ਼ਟਾਂਤ ਹੈ, ਅਸਲ ਗੱਲ ਉਹ ਆਪਣੀ ਹੈ ਸਾਰਿਆਂ ਦੀ। ਉਹ ਕੀ ਹੈ? ਨਦੀਆਂ ਨਾਲੇ ਜਗਿਆਸੂਆਂ ਨੂੰ ਸਿੱਖਿਆ ਦਿੰਦੇ ਨੇ। ਅਸੀਂ ਆਪਣੇ ਮੂਲ ਮੁੱਢ ਨੂੰ ਜੀ ਤੋਂ ਵੱਖਰੇ ਹੋਏ ਸੀ, ਬੜਾ ਦੁੱਖ ਪਾਇਆ। ਮਾਇਆ ਰੂਪੀ ਬਦਲਾਂ ਨੇ ਸਾਨੂੰ, ਜਿਵੇਂ ਇੱਧਰ ਜੀਵ ਹੈ ਜਿਹੜਾ, ਇਹਨੂੰ ਸਿੱਖਿਆ ਦਿੰਦੇ ਜਿਵੇਂ ਸਾਨੂੰ ਵਿਛੋੜਿਆ ਪਾਣੀ ਤੋਂ ਬਦਲਾਂ ਨੇ, ਤੁਹਾਨੂੰ ਮਾਇਆ ਰੂਪੀ ਬਦਲਾਂ ਨੇ ਵਿਛੋੜਿਆ। ਉਹਨੂੰ ਪ੍ਰਾਪਤ ਕਰਨ ਦੇ ਲਈ, ਉਹਦੇ ਨਾਲ ਮੇਲ ਕਰਨ ਲਈ ਰਾਤ ਦਿਨ ਜਿਵੇਂ ਅਸੀਂ ਤੁਰੇ ਰਹੇ ਹਾਂ, ਤੁਸੀਂ ਵੀ ਰਾਤ ਦਿਨ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਠਾ। ਹੇ ਜਗਿਆਸੂ, ਜਿਸ ਪਰਮਾਤਮਾ ਰੂਪ ਸਮੁੰਦਰ ਤੋਂ ਤੂੰ ਵਿਛੜਿਆ, ਉਹ ਪਰਮਾਤਮਾ ਰੂਪ ਸਮੁੰਦਰ ਵਿੱਚ ਅਭੇਦ ਹੋਣ ਦੇ ਲਈ ਤੂੰ ਰਾਤ ਦਿਨ ਚੱਲ। ਭਾਵ ਰਾਤ ਦਿਨ ਚੱਲਣਾ ਕੀ ਹੈ? ਸਿਮਰਨ ਕਰਦਾ ਰਹਿ। ਸਾਥ ਸਾਥ ਸਿਮਰੋ ਗੋਬਿੰਦ, ਅਗਾਂਹ ਕੋ ਉਤਰਾਂਗ, ਪਿੱਛਾ ਫੇਰ ਨਾ ਮੋੜੜਾ। ਅੱਗੇ ਨੂੰ ਚੱਲ। ਉਨੀ ਦੇਰ ਤੱਕ ਸਿਮਰਨ ਭਜਨ ਕਰਦਾ ਰਹਿ ਜਿੰਨਾ ਚਿਰ ਬ੍ਰਹਮ ਰੂਪ ਸਮੁੰਦਰ ਦੇ 'ਚ ਲੀਨ ਨਹੀਂ ਹੋ ਜਾਂਦਾ। ਵਾਸਨਾ ਦੇ ਸਹਿਤ ਹੋਣ ਰੂਪ ਇਹ ਤੇਰਾ ਵਾਪਸੀ ਕਰਨ ਹੈ। ਪੰਜੇ ਕੋਸ਼ਾਂ ਦੇ ਪਹਾੜਾਂ ਨੂੰ ਚੀਰ ਕੇ ਲੰਘ ਜਾ।
ਜੰਮਣ ਤੇ ਮਰਨ ਦੇ ਬਹੁਤ ਸਾਰੇ ਦੁੱਖ ਤੈਨੂੰ ਪ੍ਰਾਪਤ ਹੋਏ। ਵਾਹਿਗੁਰੂ ਦੀ ਕਿਰਪਾ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਬਿਰਤੀ ਦਾ ਪ੍ਰਵਾਹ ਉਸ ਵਾਹਿਗੁਰੂ ਵੱਲ ਨੂੰ ਚੱਲ ਪਿਆ। 5 ਕੋਸ਼ਾਂ ਰੂਪ ਪਹਾੜ, 3 ਗੁਣਾ ਰੂਪ ਮੋੜ ਘੋੜ ਕੱਟਦਿਆਂ ਹੋਇਆਂ, ਕਠੋਰ ਚਿੱਤ ਨਾਸਤਕ ਰੂਪ ਪੱਥਰਾਂ ਦੇ ਨਾਲ ਮੱਥਾ ਮਾਰਦਿਆਂ ਹੋਇਆਂ, ਉਹਨਾਂ ਨੂੰ ਛੱਡਦਿਆਂ ਹੋਇਆਂ, ਸੰਸਾਰ ਨਾਲ ਮੱਥਾ ਮਾਰਦਿਆਂ, ਸੰਸਾਰ ਨੂੰ ਛੱਡਦਿਆਂ, ਸੰਸਾਰ ਰੂਪੀ ਉਜਾੜ ਨੂੰ, ਸੰਕਲਪਾਂ ਵਿਕਲਪਾਂ ਦੇ ਸੰਘਣੇ ਜੰਗਲਾਂ ਨੂੰ ਲੰਘਦਿਆਂ ਹੋਇਆਂ, ਨਾਸਤਕਾਂ, ਨਿਸ਼ਰਦਕਾਂ, ਭੂਤਾਂ ਪ੍ਰੇਤਾਂ, ਮੜੀਆਂ ਮਸਾਣੀਆਂ ਦੀ, ਦੇਹ ਧਾਰੀਆਂ ਦੀ ਉਪਾਸਨਾ ਕਰਨ ਵਾਲੇ ਮਾਰੂ ਥਲਾਂ ਨੂੰ ਛੱਡਦਿਆਂ ਹੋਇਆਂ, ਪ੍ਰੇਮ ਦੇ ਪ੍ਰਵਾਹ ਦੇ ਵਿੱਚ ਪੈ ਕੇ ਸਿੱਧੇ ਬ੍ਰਹਮ ਸਮੁੰਦਰ ਵੱਲ ਨੂੰ ਤੁਰਿਆ ਜਾ। ਜਦੋਂ ਤੱਕ ਬ੍ਰਹਮ ਦਾ ਸਰੂਪ ਨਹੀਂ ਹੋ ਜਾਂਦਾ, ਸਮੁੰਦਰ ਰੂਪ ਬ੍ਰਹਮ ਦਾ ਸਰੂਪ ਨਹੀਂ ਹੋ ਜਾਂਦਾ, ਅਭੇਦ ਨਹੀਂ ਹੋ ਜਾਂਦਾ ਹੈ, ਉਨੀ ਦੇਰ ਤੱਕ ਤੂੰ ਚੱਲਦਾ ਹੀ ਰਹਿ, ਸਿਮਰਨ ਕਰਦਾ ਰਹਿ। ਇਸ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹੇ ਸਦ ਕੁਰਬਾਨ। ਤੇ ਇਸ ਤਰ੍ਹਾਂ ਨਦੀਆਂ ਨਾਲਿਆਂ ਦੇ ਸਮੁੰਦਰ ਵਿੱਚ ਪੈ ਜਾਣ ਤੋਂ ਬਾਅਦ ਹਿਲ ਚੁਲ ਖੜਕਾ ਬੰਦ ਹੋ ਜਾਂਦਾ ਹੈ। ਨਦੀਆਂ ਦੀਆਂ ਨਹੀਂ ਤਤ ਬੇਤੇ ਮਹਾਂਪੁਰਸ਼, ਵਾੜਿਆਂ ਦੇ ਨਿਆਈ, ਨਾਲਿਆਂ ਦੇ ਨਿਆਈ ਜਗਿਆਸੂ, ਉਹ ਜਿੰਨੀ ਦੇਰ ਤੱਕ ਬ੍ਰਹਮ ਰੂਪ ਸਮੁੰਦਰ ਵਿੱਚ ਮਿਲ ਕੇ ਅਭੇਦ ਨਹੀਂ ਹੋ ਜਾਂਦੇ, ਉਨੀ ਦੇਰ ਤੱਕ ਜਪ ਤਪ ਦਾ ਜਿਹੜਾ ਸਾਧਨਾਂ ਦਾ ਖੜਕਾ ਖੜਕਾਟ ਇਹ ਹੁੰਦਾ ਹੀ ਰਹਿੰਦਾ ਹੈ, ਖੜਖੜਾਟ ਹੁੰਦਾ ਰਹਿੰਦਾ ਹੈ। ਸਾਧਨ ਕਰਦੇ ਰਹਿੰਦੇ ਨੇ, ਸੰਸਾਰ ਨੂੰ ਪ੍ਰਤੀਤ ਹੁੰਦੇ ਨੇ ਵੀ ਸਾਧਨ ਕਰ ਰਹੇ ਨੇ। ਉਨੀ ਚਿਰ ਦੇਰ ਤੱਕ ਸਾਧਨ ਛੱਡਦੇ ਨਹੀਂ, ਜਿੰਨੀ ਦੇਰ ਤੱਕ ਅਭੇਦ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਸਾਧਨ ਮਿਟਦੇ ਨਹੀਂ ਹੈ। ਤੇ ਫਿਰ ਉਨੀ ਦੇਰ ਤੱਕ ਸਾਧਨ ਜ਼ਰੂਰ ਕਰਨੇ ਚਾਹੀਦੇ ਨੇ, ਜਿਹਨੂੰ ਦੇਖ ਕੇ ਹੋਰ ਕਰਦੇ ਰਹਿਣ। ਨਦੀਆਂ ਤੇ ਨਾਲੇ ਉਹ ਜਿੰਨੀ ਦੇਰ ਤੱਕ ਸਮੁੰਦਰ 'ਚ ਨਹੀਂ ਪੈਂਦੇ, ਉਨੀ ਦੇਰ ਤੱਕ ਯਤਨ ਨਹੀਂ ਛੱਡਦੇ। ਦਿਨ ਰਾਤ ਲਗਾਤਾਰ ਤੁਰੀ ਚੱਲ, ਥਕਾਨ ਲਾਉਣ ਦੀ ਇੱਕ ਪਲ ਵੀ ਨਹੀਂ ਰੁਕਦੇ। ਜਿਹੜੇ ਨਦੀਆਂ ਨਾਲ ਤੂੰ ਵੀ ਇਸੇ ਤਰ੍ਹਾਂ ਕਰ। ਹੇ ਜਗਿਆਸੂ, ਤੈਨੂੰ ਵੀ ਚਾਹੀਦਾ ਜਿੰਨਾ ਚਿਰ ਨਦੀਆਂ ਦੀ ਨਿਆਈ ਈਸ਼ਵਰ, ਨਾਲਿਆਂ ਦੀ ਨਿਆਈ ਜੀਵ, ਇਹਨਾਂ ਦੇ ਬਾਅਦ 'ਚ ਅਰਥ ਨੂੰ ਤਿਆਗ ਕੇ ਚੇਤਨ ਭਾਗ ਦੀ ਚੇਤਨ ਸੱਤਾ ਰੂਪ ਬ੍ਰਹਮ ਸਮੁੰਦਰ ਨੂੰ ਆਪਣੇ ਆਪ ਵਿੱਚ ਅਭੇਦ ਨਹੀਂ ਜਿੰਨਾ ਚਿਰ ਹੋ ਜਾਂਦਾ, ਉਨੀ ਦੇਰ ਤੱਕ ਸਲਾਹੀ ਚੱਲ। ਤੇ ਫਿਰ ਪ੍ਰਸ਼ਨ ਕੀਤਾ ਜੀ, ਆਪ ਜੀ ਸਮੁੰਦਰ ਕਿਸ ਨੂੰ ਕਹਿੰਦੇ ਦੱਸਦੇ ਹਨ ਜੀ। ਸਮੁੰਦ ਸਾਹਾ ਸੁਲਤਾਨ, ਗ੍ਰਹ ਸੇਤੀ ਮਾਲ ਧਨ। ਸਮੁੰਦ ਸਾਹ ਸੁਲਤਾਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਸਮੁੰਦਰ ਅਕਾਲ ਪੁਰਖ ਦਾ ਨਾਮ ਹੈ। ਸੁਲਤਾਨ ਪਾਤਸ਼ਾਹ ਦਾ ਵੀ ਜੋ ਸਾਹ ਪਾਤਸ਼ਾਹ ਹੈ ਉਹ ਪਰਮੇਸ਼ਰ ਆਪ ਹੈ। ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਏ। ਉਸ ਬ੍ਰਹਮ ਗਿਆਨੀ ਅਭੇਦ ਹੋ ਜਾਂਦੇ ਨੇ ਉਹਦੇ ਵਿੱਚ, ਉਸ ਬ੍ਰਹਮ ਦੇ ਵਿੱਚ। ਤੇ ਇਉਂ ਉਸ ਬ੍ਰਹਮ ਗਿਆਨ ਦੇ ਅਭੇਦ ਹੋ ਕੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਬਖਸ਼ ਸਿੰਘ ਜੀ, ਰਾਮ ਕੌਰ ਜੀ, ਉਹ ਅਭੇਦ ਹੋ ਜਾਂਦੇ। ਐਸੀ ਉਹਨਾਂ ਦੀ ਅਵਸਥਾ। ਪ੍ਰਸ਼ਨ ਕੀਤਾ ਜੀ ਫਿਰ ਉਹਨਾਂ 'ਚ ਬਰਕਤ ਕਿੰਨੀ ਕੁ ਹੋ ਜਾਂਦੀ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਗ੍ਰਹ ਸੇਤੀ ਮਾਲ ਧਨ। ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਸਮੁੰਦਰ ਦਾ ਸਰੂਪ ਹੋ ਗਏ, ਉਹ ਜੀਵਨ ਮੁਕਤਾਂ ਦੀ ਗ੍ਰਹ ਬਾਣੀ ਜੋ ਬੋਲਦੇ ਆ ਜ਼ਬਾਨ ਤੋਂ, ਵਰ ਦੇਣ ਭਾਵੇਂ ਸ਼ਰਾਪ ਦੇਣ, ਜਗਿਆਸੂ ਨੂੰ ਮਾਲ ਧਨ ਰੋਕੜੀ ਪ੍ਰਾਪਤ ਹੋ ਜਾਂਦੀ ਹੈ। ਕੰਗਲਿਆਂ ਨੂੰ ਰਾਜ ਦੇ ਦਿੰਦੇ ਨੇ ਤੇ ਪਾਤਸ਼ਾਹ ਭੀ ਮੰਗਦੇ ਫਿਰਦੇ ਆ ਜੇ ਕਰੋਪੀ ਹੋ ਜਾਏ। ਇਹੋ ਜਿਹੀ ਸ਼ਕਤੀ ਦੇ ਮਾਲਕ ਹੁੰਦੇ ਪਰ ਵਰ ਸ਼ਰਾਪ ਨਹੀਂ ਦਿੰਦੇ। ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨਾ ਕੋਈ ਪਾਏਂਦਾ। ਪ੍ਰਸ਼ਨ ਕੀਤਾ ਜੀ ਇੰਨੀ ਬਰਕਤ ਪਾ ਕੇ ਹੰਕਾਰ ਨਹੀਂ ਹੋ ਜਾਂਦਾ? ਥੋੜਾ ਬਹੁਤ ਹੰਕਾਰ ਹੋਊਗਾ, ਉੱਤਰ ਦਿੰਦੇ ਹਨ ਕੀੜੇ ਤੁਲ ਨਾ ਹੋਣੀ, ਜੀਤ ਸਮਰਹੁ ਨਾ ਈਸ਼ਰ ਹੈ। ਇਹੋ ਜਿਹੇ ਸਤਿਗੁਰਾਂ ਨੂੰ ਪਾ ਕੇ ਉਹ ਸਤਿਪੁਰਸ਼ ਕੀੜੀ ਦੀ ਨਿਆਈ ਥੋੜੇ ਮਾਤਰ ਵੀ ਹੰਕਾਰ ਨਹੀਂ ਹੁੰਦਾ। ਕੀੜੀ ਤਾਂ ਜੇ ਡੰਗ ਮਾਰਦੀ ਹੈ, ਪਰ ਉਹ ਸਤਿਪੁਰਸ਼ ਇਹੋ ਜਿਹੀ ਨਿਮਰਤਾ ਦੇ ਵਿੱਚ ਰਹਿੰਦੇ ਹੈ ਤੇ ਕਿਸੇ ਨੂੰ ਵਰ ਨਹੀਂ ਦਿੰਦੇ, ਸਰਾਪ ਨਹੀਂ ਦਿੰਦੇ, ਸਾਰਿਆਂ ਦੀ ਚਰਨਾਂ ਦੀ ਧੂੜ ਬਣੇ ਰਹਿੰਦੇ ਨੇ। ਜਿਵੇਂ ਪਿੱਛੇ ਮਹਾਤਮਾ ਦਾ ਪ੍ਰਸੰਗ ਸੁਣਿਆ, ਜੇ ਤਿਸ ਮਨੋ ਨ ਵੀਸਰ ਹੈ, ਜੇ ਤਿਸ ਉਸ ਪਰਮਾਤਮਾ ਨੂੰ ਮਨੋ ਮਨ ਵਿੱਚੋਂ ਨਹੀਂ ਵਿਸਾਰਦੇ, ਸਿਮਰਨ ਦੀ ਸ਼ਕਤੀ ਨਾਲ ਏਡੇ ਵੱਡੇ ਹੋ ਜਾਂਦੇ ਨੇ ਕਿ ਪਰਮਾਤਮਾ ਦੇ ਵਿੱਚ ਮਿਲ ਜਾਂਦੇ ਨੇ। ਜਿਹੜੇ ਐਸੇ ਪੂਰਨ ਮਹਾਤਮਾ ਨੇ, ਉਹਨਾਂ ਦੇ ਹਿਰਦੇ ਵਿੱਚ ਤ੍ਰਿਸ਼ਨਾ ਨਿਵਰਤ ਹੋ ਜਾਂਦੀ ਹੈ, ਵਿਸਰਜਨ ਹੋ ਜਾਂਦੀ ਹੈ, ਉਹਨਾਂ ਦੇ 'ਚ ਤ੍ਰਿਸ਼ਨਾ ਨਹੀਂ ਰਹਿੰਦੀ। ਤਿਸ ਨਾਮ ਤ੍ਰਿਸ਼ਨਾ ਦਾ ਭਾਵ ਲਿਆ ਪੰਜਵੇਂ ਅਰਥ ਵਿੱਚ। ਤੋ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਨੇ ਇਹ 23 ਪੌੜੀਆਂ ਤੱਕ ਜਪਜੀ ਸਾਹਿਬ ਦੇ ਵਿੱਚ ਬੜੀ ਮਹਾਨ ਕਿਰਪਾ ਕੀਤੀ ਹੈ।
ਇਹਦਾ ਸਾਰੰਸ਼ ਕੀ ਸੀ ਅੱਜ ਦੀ ਪੌੜੀ ਦਾ, ਜਿਹੜੀ 23ਵੀਂ ਪੌੜੀ ਹੈ। ਇਸ ਪੌੜੀ ਦੇ ਵਿੱਚ ਪਰਮਾਤਮਾ ਦੀ ਸਿਫਤ ਕਰਨ ਵਾਲਿਆਂ ਤੇ ਜਿਨ੍ਹਾਂ ਨੇ ਸਿਫਤ ਕੀਤੀ ਹੈ ਉਹਦਾ ਅੰਤ ਨਹੀਂ ਪਾਇਆ। ਸਿਧਾਂਤ ਇਹ ਸਮਝਣਾ, ਉਹਦੀ ਸਿਫਤ ਵਿੱਚ ਅਭੇਦ ਹੋਣ ਤੱਕ ਕਰਦੇ ਰਹੋ। ਜਿਵੇਂ ਦਰਿਆ ਤੇ ਨਾਲੇ ਜਿੰਨਾ ਚਿਰ ਸਮੁੰਦਰ ਵਿੱਚ ਨਹੀਂ ਪੈ ਜਾਂਦੇ ਉਨੀ ਦੇਰ ਤੱਕ ਥੱਕਦੇ ਨਹੀਂ। ਪਹਾੜਾਂ ਜੰਗਲਾਂ ਆਦਿ ਨੂੰ ਚੀਰ ਕੇ ਸਮੁੰਦਰ ਵੱਲ ਨੂੰ ਜਾਂਦੇ ਰਹਿੰਦੇ ਨੇ। ਤੁਰੇ ਰਹੋ ਸਿਮਰਨ ਦੇ ਵਿੱਚ, ਇਹ ਉਪਦੇਸ਼ ਦਿੱਤਾ ਹੈ। ਸਿਮਰਨ ਭਜਨ ਕਰਦੇ ਰਹੋ, ਉਪਾਸਨਾ ਕਰਦੇ ਰਹੋ। ਸਮੁੰਦਰ ਵਿੱਚ ਮਿਲ ਕੇ ਜੇ ਸਮੁੰਦਰ ਰੂਪ ਹੋ ਜਾਂਦੇ ਨੇ, ਇਉਂ ਸਾਰੇ ਸੁਭਾਅ ਜਿਹੜੇ ਨੇ ਉਹਨਾਂ ਨੂੰ ਸੰਕਲਪਾਂ ਨੂੰ ਚੀਰ ਕੇ ਪਰਮੇਸ਼ਰ ਵੱਲ ਤੁਰੇ। ਸੰਸਾਰ ਸਮੁੰਦਰ ਰੂਪੀ ਸੰਸਾਰ ਰੂਪੀ ਉਜਾੜ ਨੂੰ ਲੰਘਦੇ ਹੋਏ, ਪੰਜੇ ਕੋਸ਼ਾਂ ਦੇ ਪਹਾੜਾਂ ਨੂੰ ਚੀਰਦੇ ਹੋਏ ਬ੍ਰਹਮ ਰੂਪ ਸਮੁੰਦਰ ਵਿੱਚ ਜਾ ਕੇ ਉਹ ਮਿਲੇ ਨੇ ਸ਼ਾਹੂਕਾਰ ਪਰਮੇਸ਼ਰ ਦੇ ਸਿਮਰਨ ਕਰਨ ਵਾਲੇ, ਜਿਹੜੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਉਹ ਸ਼ਾਹੂਕਾਰ ਹੋ ਗਏ। ਭਗਤੀ ਕਰਨ ਵਾਲੇ ਮਹਾਂਪੁਰਸ਼ ਬਣ ਜਾਓਗੇ। ਚੱਕਰਵਰਤੀ ਬਾਦਸ਼ਾਹ ਦੀ ਨਿਆਈ, ਜਿਸ ਨਾਮ ਹ੍ਰਿਦੈ ਸੋਈ ਬੜ ਰਾਜਾ ਹੋ ਜਾਓਗੇ। ਇਹ ਦਾਤ ਪ੍ਰਾਪਤ ਹੋ ਜਾਏਗੀ। ਭਾਵ ਇਹੀ ਹੈ ਕਿ ਵਾਹਿਗੁਰੂ ਵਿੱਚ ਮਿਲ ਕੇ ਉਹਦਾ ਸਰੂਪ ਹੋ ਜਾਈਦਾ। ਤੁਸੀਂ ਵੀ ਹੋ ਜਾਓਗੇ ਗੁਰਸਿੱਖੋ। ਕੀੜੀ ਜਿੰਨਾ ਵੀ ਮਾਨ ਫੁਰੇਗਾ ਨਹੀਂ। ਜਿਹੜੇ ਲੋਕ ਮਾਨ ਕਰਦੇ ਨੇ ਉਹਨਾਂ ਦੇ ਕੋਲ ਪਹਾੜਾਂ ਜਿੱਡਾ ਮਾਲ ਧਨ ਇੰਦਰ ਵਰਗੀਆਂ ਵਿਭੂਤੀਆਂ ਹੋਣ, ਫਿਰ ਵੀ ਉਹ ਇੱਕ ਨਿੱਕੀ ਜਿਹੀ ਕੀੜੀ ਦੇ ਬਰਾਬਰ ਨਹੀਂ। ਇਹ ਪੌੜੀ ਦੇ 70 ਅੱਖਰਾਂ ਦੇ ਵਿੱਚ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਕਥਨ ਕੀਤਾ। ਕੀੜੀ ਤੁਲਨਾ ਹੋਵੇ ਨਹੀਂ। ਅੱਜ ਨਿੱਕੀ ਜਿਹੀ ਕੀੜੀ ਹੈ, ਆ ਕੀੜੇ ਹੈ ਜਿਹਨੇ ਪੂਰਾ ਸੰਸਾਰ ਖੜਾ ਕੇ ਰੱਖ ਦਿੱਤਾ ਹੈ। ਨਿੱਕੀ ਕੀੜੀ ਮੈਂ ਕਲ ਰੱਖੈ ਭਸਮ ਕਰੇ ਲਸ਼ਕਰ ਕੋਟ ਲੱਖ, ਖਿਨ ਮੈਂ ਨੀਚ ਕੀਟ ਕੋ ਰਾਜ। ਇੱਕ ਨਿੱਕੇ ਜਿਹੇ ਕੀੜੀ ਨੂੰ ਨਵਾਜ਼ ਦੇਵੇ। ਜਿਹੜੇ ਬੜੇ ਬੜੇ ਮੁਲਕ ਆਪਣੇ ਆਪ ਨੂੰ ਇਹ ਕਹਾਉਂਦੇ ਸੀ ਨਾ ਵੀ ਸਾਡੇ ਕੋਲ ਐਟਮੀ ਸ਼ਕਤੀ, ਐਟਮੀ ਤਾਕਤਾਂ, ਅੱਜ ਪੁੱਛੋ ਹਾਲ ਕੀ ਹੋ ਰਿਹਾ ਹੈ। ਇੱਕ ਨਿੱਕਾ ਜਿਹਾ ਕੀੜਾ ਹੀ ਭੇਜਿਆ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਹਾ। ਤੋ ਇਸ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਕਿਤੇ ਨਾ ਕਿਤੇ ਸੰਸਾਰ ਨੂੰ ਨਾਮ ਭੁੱਲਿਆ ਹੈ। ਇੱਕ ਮਾੜੇ ਜਿਹੇ ਕੀੜੇ ਨੂੰ ਭੇਜ ਕੇ ਮਹਾਰਾਜ ਨੇ ਚੇਤੇ ਕਰਾਇਆ ਵੀ ਮੈਂ ਹੈਗਾ। ਨਾਸਤਕਾਂ ਦੇ ਆਖੇ ਨਾ ਲੱਗੋ, ਮੈਂ ਇਹੋ ਜਿਹਾ ਕੁਛ ਕਰ ਸਕਦਾ ਜਿਹਦਾ ਇਲਾਜ ਤੁਹਾਡੇ ਕੋਲ ਨਹੀਂ ਹੈ। ਉਹਦੀ ਕਿਰਪਾ ਦੇ ਨਾਲ ਸ਼ਾਂਤੀ ਹੋਣੀ ਹੈ। ਸਰਬੱਤ ਦਾ ਭਲਾ ਮੰਨਣ ਵਾਲੀ ਸਿੱਖ ਕੌਮ ਤੇ ਅੱਜ ਸਾਰੇ ਸੰਸਾਰ ਦੇ ਅੰਦਰ ਸਾਰਿਆਂ ਧਰਮਾਂ ਨਾਲ ਪਿਆਰ ਕਰਨ ਵਾਲੀ ਹੈ। ਆਓ ਰਲ ਮਿਲ ਕੇ ਅਰਦਾਸ ਕਰੀਏ, ਮਹਾਰਾਜ ਪੂਰੇ ਸੰਸਾਰ ਨੂੰ ਸ਼ਾਂਤੀ ਬਖਸ਼ੋ। ਨਾਸਤਕਾਂ ਨੂੰ ਵੀ ਅਕਲ ਦਿਓ। ਕਾਫੀ ਤਾਂ ਆ ਵੀ ਗਈ ਹੈ, ਹੁਣ ਲੱਗੇ ਨਾ ਥੋੜਾ ਬਸ ਇੱਧਰ ਨੂੰ ਤੁਰਨ, ਗੁਰੂ ਕਿਰਪਾ ਕਰੇ। ਆਓ ਜਿਸ ਪ੍ਰਕਾਰ 24ਵੀਂ ਪੌੜੀ ਕੱਲ੍ਹ ਨੂੰ ਆਏਗੀ। ਅੰਤ ਨਾ ਸਿਫਤੀ ਕਹਿਣ ਨਾ ਅੰਤ ਵਾਲੇ। ਇੱਥੇ ਹੁਣ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਣ। ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ, ਕੀੜੀ ਤੁਲ ਨ ਹੋਵਨੀ ਜੀਤ ਸਮਨਹੁ ਨ ਈਸਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।